ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਬਲੌਕ 3 ਦਾ ਯੂਨਿਟ 10 ਕਰ ਜਾ ਰਹੇ ਹਾਂ, ਜਿਹਦਾ ਨਾਮ ਹੈ ਥਿਊਰੀ ਆਫ ਕਾਸਟ, ਲਾਗਤ ਦਾ ਸਿਧਾਂਤ। ਇਸ ਵਿੱਚ ਅਸੀਂ ਕੁਝ ਪਾਰਟ ਪਹਿਲਾਂ ਕਰ ਚੁੱਕੇ ਹਾਂ, ਜਿਹੜਾ ਕਿ ਤੁਹਾਨੂੰ ਮੈਂ ਦੱਸਣ ਜਾ ਰਹੀ ਹਾਂ, ਤੇ ਉਸ ਤੋਂ ਬਾਅਦ ਆਪਾਂ ਨੈਕਸਟ ਜਿਹੜਾ ਪਾਰਟ ਆ ਉਹ ਸਟਾਰਟ ਕਰਾਂਗੇ। ਤਾਂ ਫਰਸਟ ਆਪਾਂ ਨੇ ਕੀ ਦੇਖਿਆ ਸੀ ਕਿ ਵਾਟ ਇਜ਼ ਦਾ ਥਿਊਰੀ ਆਫ ਕਾਸਟ। ਥਿਊਰੀ ਆਫ ਕਾਸਟ ਹੈ ਕੀ? ਦੇਖੋ, ਕਹਿੰਦੇ ਹਰ ਇੱਕ ਫਰਮ ਤੇ ਹਰ ਇੱਕ ਜਿਹੜਾ ਪ੍ਰੋਡਿਊਸਰ ਹੈ ਉਹਦਾ ਮੇਨ ਏਮ ਕੀ ਹੁੰਦਾ? ਪ੍ਰੋਫਿਟ ਮੈਕਸਿਮਾਈਜੇਸ਼ਨ ਹੁੰਦਾ, ਕਿ ਜਿਹੜਾ ਪ੍ਰੋਫਿਟ ਹੈ ਉਹਦਾ ਜ਼ਿਆਦਾ ਤੋਂ ਜ਼ਿਆਦਾ ਹੋਵੇ। ਤੇ ਉਹਦਾ ਪ੍ਰੋਫਿਟ ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ? ਪ੍ਰੋਫਿਟ ਉਹਦਾ ਕਾਸਟ ਤੇ ਰੈਵਨਿਊ ਤੇ ਡਿਪੈਂਡ ਕਰਦਾ ਹੈ, ਕਿ ਉਹ ਜਿੰਨੀ ਵੀ ਪ੍ਰੋਡਕਸ਼ਨ ਕਰ ਰਿਹਾ ਉਹਦੀ ਕਾਸਟ ਕੀ ਆ ਤੇ ਰੈਵਨਿਊ ਕੀ ਆ। ਅਗਰ ਕਾਸਟ ਤੇ ਰੈਵਨਿਊ ਦਾ ਗੈਪ ਜ਼ਿਆਦਾ ਹੋਵੇ, ਮੀਨਸ ਕਾਸਟ ਰੈਵਨਿਊ ਤੋਂ ਘੱਟ ਹੋਵੇ, ਤਾਂ ਇਟਸ ਮੀਨਸ ਕੰਜ਼ਿਊਮਰ ਆਪਣੇ ਜੋ ਹੈ ਪ੍ਰੋਡਿਊਸਰਸ ਫਰਮ ਉਹਨੂੰ ਕੀ ਹੋ ਰਿਹਾ? ਪ੍ਰੋਫਿਟ ਹੋ ਰਿਹਾ। ਤੇ ਕਹਿੰਦੇ ਜਿਹੜੀ ਆਪਣੀ ਪ੍ਰੋਡਕਸ਼ਨ ਹੈ ਫਰਮਸ ਦੇ ਦੁਆਰਾ ਜੋ ਕੀਤੀ ਜਾਂਦੀ ਹੈ ਉਹ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ? ਕਾਸਟ ਤੇ ਡਿਪੈਂਡ ਕਰਦੀ ਆ, ਕਿ ਪ੍ਰੋਡਕਸ਼ਨ ਦੀ ਕਾਸਟ ਜਿਹੜਾ ਪ੍ਰੋਡਿਊਸਰ ਹੈ ਉਹਨੂੰ ਕਿੰਨੀ ਪੇ ਕਰਨੀ ਪੈ ਰਹੀ ਆ। ਕਹਿੰਦੇ ਕਾਸਟ ਦੇ ਵਿੱਚ ਆਪਾਂ ਮੋਨੇਟਰੀ ਜਿਹੜੇ ਐਕਸਪੈਂਸਿਸ ਸੀਗੇ ਉਹ ਦੇਖਦੇ ਸੀ, ਮੋਨੇਟਰੀ ਖਰਚੇ ਦੇਖਦੇ ਸੀ। ਕਹਿੰਦੇ ਜਿਹੜੇ ਉਹ ਕਿਸੇ ਵੀ ਪ੍ਰੋਡਿਊਸਰ ਜਾਂ ਫਰਮ ਦੁਆਰਾ ਕੀਤੇ ਜਾਂਦੇ ਨੇ ਜਦੋਂ ਉਹ ਪ੍ਰੋਡਕਸ਼ਨ ਕਰਦੇ ਨੇ। ਜਿਵੇਂ ਕਿ ਪ੍ਰੋਡਕਸ਼ਨ ਕਰਨ ਦੇ ਲਈ ਉਹਨਾਂ ਨੂੰ ਫੈਕਟਰਸ ਚਾਹੀਦੇ ਨੇ, ਫੈਕਟਰ ਆਫ ਪ੍ਰੋਡਕਸ਼ਨ, ਜਿਵੇਂ ਕਿ ਲੈਂਡ, ਲੇਬਰ, ਕੈਪੀਟਲ ਚਾਹੀਦੀ ਆ। ਤਾਂ ਲੈਂਡ, ਲੇਬਰ, ਕੈਪੀਟਲ ਦੇ ਬਦਲੇ ਉਹਨਾਂ ਨੂੰ ਕੁਛ ਨਾ ਕੁਛ ਪੇਮੈਂਟਸ ਕਰਨੀਆਂ ਪੈਂਦੀਆਂ ਨੇ। ਮੀਨਸ ਲੈਂਡ ਦੇ ਬਦਲੇ ਜਿਵੇਂ ਕਿ ਵੇਜਿਸ ਦੇਣੀਆਂ ਪੈਂਦੀਆਂ ਨੇ, ਲੈਂਡ ਦੇ ਬਦਲੇ ਰੈਂਟ ਦੇਣਾ ਪੈਂਦਾ ਹੈ, ਲੇਬਰ ਦੇ ਬਦਲੇ ਵੇਜਿਸ ਦੇਣੀਆਂ ਪੈਂਦੀਆਂ ਨੇ, ਐਂਡ ਜਿਹੜਾ ਆਪਣਾ ਕੈਪੀਟਲ ਹੈ ਜਦੋਂ ਕੈਪੀਟਲ ਲੋਨ ਤੇ ਲੈ ਕੇ ਉਹ ਇਨਵੈਸਟ ਕਰਦਾ ਹੈ ਤਾਂ ਉਹਦੇ ਬਦਲੇ ਉਹਨੂੰ ਜਿਹੜਾ ਹੈ ਇੰਟਰਸਟ ਦੇਣਾ ਪੈਂਦਾ ਹੈ। ਤੇ ਜਿਹੜੀਆਂ ਇਹ ਸਾਰੀਆਂ ਪੇਮੈਂਟਸ ਨੇ ਕੀ ਹੁੰਦਾ ਹੈ? ਪ੍ਰੋਡਕਸ਼ਨ ਦੀ ਕਾਸਟ ਹੁੰਦੀ ਹੈ, ਪ੍ਰੋਡਕਸ਼ਨ ਦੀ ਲਾਗਤ ਹੁੰਦੀ ਹੈ, ਖਰਚਾ ਹੁੰਦਾ ਹੈ, ਐਕਸਪੈਂਡੀਚਰ ਹੁੰਦਾ ਹੈ, ਜੋ ਪ੍ਰੋਡਕਸ਼ਨ ਕਰਨ ਤੇ ਆਊਟਪੁੱਟ ਕਰਨ ਤੇ ਕਿਸੇ ਵੀ ਪ੍ਰੋਡਿਊਸਰ ਦੇ ਥਰੂ ਆਉਂਦਾ ਹੈ। ਤੇ ਉਸ ਤੋਂ ਬਾਅਦ ਆਪਾਂ ਨੇ ਕਨਸੈਪਟ ਆਫ ਕਾਸਟ ਕੀਤੀ ਸੀ, ਜਿਨ੍ਹਾਂ ਦੇ ਵਿੱਚ ਆਪਾਂ ਨੇ ਮਨੀ ਕਾਸਟ, ਰੀਅਲ ਕਾਸਟ, ਓਪਰਚੁਨਿਟੀ ਕਾਸਟ, explicit cost, implicit cost and total cost, average cost ਤੇ marginal cost ਦੇ ਬਾਰੇ ਪੜ੍ਹਿਆ ਸੀ। ਤਾਂ ਆਪਾਂ ਇਸ ਦੇ ਵਿੱਚ ਆਪਣੀ ਜਿਹੜੀ ਥਿਊਰੀ ਆਫ ਕਾਸਟ ਹੈ, ਮੋਨੇਟਰੀ ਕਾਸਟ ਦੀ ਗੱਲ ਕਰਦੇ ਹਾਂ, ਮਨੀ ਕਾਸਟ ਦੀ ਗੱਲ ਕਰਦੇ ਹਾਂ, ਠੀਕ ਹੈ। ਐਂਡ ਉਸ ਤੋਂ ਬਾਅਦ ਆਪਾਂ ਨੇ ਦੇਖਿਆ ਸੀਗਾ ਜਿਹੜੀ ਆਪਣੀ ਕਾਸਟ ਆਊਟਪੁੱਟ ਹੈ ਇਹ 2 ਟਾਈਮ ਪੀਰੀਅਡ ਦੇ ਵਿੱਚ ਕੀਤੀ ਜਾਂਦੀ ਹੈ। ਕਹਿੰਦੇ ਕਾਸਟ ਨਾਲ ਰਿਲੇਟਡ ਜਿਹੜੇ ਆਪਣੇ ਇਕੋਨੋਮਿਸਟ ਨੇ ਉਹਨਾਂ ਨੇ ਥਿਊਰੀਜ਼ ਦਿੱਤੀਆਂ ਨੇ, ਤਾਂ ਕਾਸਟ ਨਾਲ ਰਿਲੇਟਡ ਥਿਊਰੀਜ਼ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ। ਇੱਕ ਹੈ ਆਪਣੀ ਟ੍ਰੈਡੀਸ਼ਨਲ ਥਿਊਰੀ, ਇੱਕ ਹੈ ਆਪਣੀ ਮਾਡਰਨ ਥਿਊਰੀ। ਤਾਂ ਟ੍ਰੈਡੀਸ਼ਨਲ ਥਿਊਰੀ ਜਿਹੜੀ ਹੈ ਉਹ ਕੀ ਕਹਿੰਦੀ ਆ? ਉਹ ਆਪਣੀ ਜਿਹੜੀ ਹੈ ਕਾਸਟ ਉਹਨੂੰ ਸ਼ਾਰਟ ਰਨ ਤੇ ਲੌਂਗ ਰਨ 2 ਟਾਈਮ ਪੀਰੀਅਡਸ ਦੇ ਵਿੱਚ ਐਕਸਪਲੇਨ ਕਰਦੀ ਆ। ਟ੍ਰੈਡੀਸ਼ਨਲ ਜਿਹੜੇ ਇਕੋਨੋਮਿਸਟ ਨੇ ਉਹ ਕੀ ਕਹਿੰਦੇ ਨੇ ਕਿ ਜਿਹੜੀ ਆਪਣੀ ਐਵਰੇਜ ਕਾਸਟ ਆ ਤੇ ਮਾਰਜਨਲ ਕਾਸਟ ਕਰਵ ਹੈ ਉਹ ਯੂ ਸ਼ੇਪ ਦੀਆਂ ਹੁੰਦੀਆਂ ਨੇ। ਐਂਡ ਜਿਹੜੇ ਮਾਡਰਨ ਇਕੋਨੋਮਿਸਟ ਨੇ ਉਹ ਕੀ ਕਹਿੰਦੇ ਸੀ ਕਿ ਜਿਹੜੀ ਆਪਣੀ ਕਾਸਟ ਕਰਵਸ ਨੇ ਉਹ ਐਲ ਸ਼ੇਪ ਦੀਆਂ ਹੋਣਗੀਆਂ। ਤਾਂ ਆਪਾਂ ਕੀ ਕੀਤਾ ਸੀ? ਸਭ ਤੋਂ ਪਹਿਲਾਂ ਆਪਾਂ ਨੇ ਟ੍ਰੈਡੀਸ਼ਨਲ ਥਿਊਰੀ ਸਟਾਰਟ ਕੀਤੀ ਸੀ। ਟ੍ਰੈਡੀਸ਼ਨਲ ਥਿਊਰੀ ਦੇ ਵਿੱਚ ਆਪਾਂ ਨੇ ਕੀ ਦੇਖਿਆ ਸੀਗਾ? ਜਿਹੜੇ 3 ਕਨਸੈਪਟਸ ਆਫ ਕਾਸਟ ਨੇ, ਫਸਟ ਇਜ਼ ਟੋਟਲ ਕਾਸਟ, ਐਵਰੇਜ ਕਾਸਟ ਐਂਡ ਮਾਰਜਨਲ ਕਾਸਟ। 3 ਕਨਸੈਪਟਸ ਸੀਗੇ ਜਿਨ੍ਹਾਂ ਦੇ ਵਿੱਚੋਂ ਆਪਾਂ ਨੇ 2 ਕਰ ਲਿੱਤੇ ਸੀ, ਟੋਟਲ ਕਾਸਟ ਐਂਡ ਐਵਰੇਜ ਕਾਸਟ, ਤੇ ਆਪਣਾ ਇੱਕ ਰਹਿੰਦਾ ਸੀ ਮਾਰਜਨਲ ਕਾਸਟ। ਸਭ ਤੋਂ ਪਹਿਲਾਂ ਆਪਾਂ ਥੋੜਾ ਟੋਟਲ ਕਾਸਟ ਤੇ ਐਵਰੇਜ ਕਾਸਟ ਤੇ ਇੱਕ ਵਾਰ ਨਿਗਾਹ ਮਾਰ ਲੈਂਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਮਾਰਜਨਲ ਕਾਸਟ ਅੱਗੇ ਦੇਖਾਂਗੇ। ਤਾਂ ਸਭ ਤੋਂ ਪਹਿਲਾਂ ਦੇਖੋ ਟੋਟਲ ਕਾਸਟ ਕੀ ਸੀਗਾ? ਟੋਟਲ ਕਾਸਟ ਸੀਗਾ ਕਿ ਆਪਾਂ ਜਿੰਨੀ ਵੀ ਟੋਟਲ ਆਊਟਪੁੱਟ ਕਰਦੇ ਹਾਂ ਤਾਂ ਉਸ ਆਊਟਪੁੱਟ ਤੇ ਜੋ ਆਪਣਾ ਟੋਟਲ ਐਕਸਪੈਂਡੀਚਰ ਆਉਂਦਾ ਹੈ, ਟੋਟਲ ਲਾਗਤ ਆਉਂਦੀ ਹੈ, ਦੈਟ ਇਜ਼ ਆ ਟੋਟਲ ਕਾਸਟ। ਤੇ ਜਿਹੜੀ ਟੋਟਲ ਕਾਸਟ ਹੁੰਦੀ ਹੈ ਉਹਦੇ ਵਿੱਚ 2 ਟਾਈਪਸ ਆਫ ਕਾਸਟ ਹੈ ਜਿਹੜੀ ਉਹ ਐਡ ਹੁੰਦੀ ਹੈ ਸ਼ਾਰਟ ਰਨ ਦੇ ਵਿੱਚ। ਕਿਉਂਕਿ ਸ਼ਾਰਟ ਰਨ ਦੇ ਵਿੱਚ ਦੇਖੋ ਕੁਝ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹ ਕੀ ਹੁੰਦੇ ਨੇ? ਫਿਕਸ ਹੁੰਦੇ ਨੇ। ਕੁਝ ਜਿਹੜੇ ਫੈਕਟਰਸ ਹੁੰਦੇ ਨੇ ਉਹ ਕੀ ਹੁੰਦੇ ਨੇ? ਵੇਰੀਏਬਲ ਹੁੰਦੇ ਨੇ। ਤਾਂ ਸ਼ਾਰਟ ਰਨ ਦੇ ਵਿੱਚ ਓਨਲੀ ਆਪਾਂ ਵੇਰੀਏਬਲਸ ਫੈਕਟਰ ਨੂੰ ਇਨਕਰੀਜ਼ ਕਰਕੇ ਆਪਣੀ ਜਿਹੜੀ ਆਊਟਪੁੱਟ ਉਹਨੂੰ ਇਨਕਰੀਜ਼ ਕਰ ਸਕਦੇ ਹਾਂ। ਤੇ ਸ਼ਾਰਟ ਰਨ ਦੀ ਟੋਟਲ ਕਾਸਟ ਦੇ ਵਿੱਚ 2 ਟਾਈਪਸ ਆਫ ਕਾਸਟ ਹੋਏਗੀ। ਫਰਸਟ ਇਜ਼ ਦਾ ਫਿਕਸ ਕਾਸਟ ਐਂਡ ਸੈਕੰਡ ਇਜ਼ ਦਾ ਵੇਰੀਏਬਲ ਕਾਸਟ। ਫਿਕਸ ਕਾਸਟ ਜੋ ਫਿਕਸ ਰਿਸੋਰਸਿਸ ਤੇ ਆਏਗੀ ਐਂਡ ਵੇਰੀਏਬਲ ਕਾਸਟ ਜੋ ਵੇਰੀਏਬਲਸ ਫੈਕਟਰਸ ਤੇ ਆਏਗੀ। ਤਾਂ ਦੋਨਾਂ ਦਾ ਪਲੱਸ ਕਰਾਂਗੇ ਤਾਂ ਆਪਾਂ ਨੂੰ ਜੋ ਟੋਟਲ ਪ੍ਰੋਡਕਸ਼ਨ ਦੀ ਟੋਟਲ ਕਾਸਟ ਹੈ ਉਹ ਕੈਲਕੂਲੇਟ ਹੋ ਜਾਏਗੀ। ਤਾਂ ਟੋਟਲ ਕਾਸਟ ਆਪਣੀ ਫਿਕਸ ਰਹਿੰਦੀ ਹੈ। ਤਾਂ ਟੋਟਲ ਕਾਸਟ 2 ਕਾਸਟ ਦਾ ਸਮ ਆਫ ਐਂਡ ਟੋਟਲ ਫਿਕਸ ਕਾਸਟ ਐਂਡ ਟੋਟਲ ਵੇਰੀਏਬਲ ਕਾਸਟ। ਤਾਂ ਟੋਟਲ ਜਿਹੜੀ ਫਿਕਸ ਕਾਸਟ ਆ ਉਹ ਫਿਕਸ ਰਹਿੰਦੀ ਹੈ। ਫਿਕਸ ਵੇਰੀਏਬਲਸ ਤੇ ਜੋ ਖਰਚਾ ਆਉਂਦੀ ਹੈ, ਜਿਵੇਂ ਕਿ ਲੈਂਡ ਆਪਾਂ ਨੇ ਇੱਕ ਵਾਰ ਖਰੀਦੀ ਹੈ ਤਾਂ ਲੈਂਡ ਦੀ ਜਿਹੜੀ ਕਾਸਟ ਆਫ ਫਿਕਸ ਹੋ ਜਾਂਦੀ ਹੈ। ਚਾਹੇ ਆਪਣੀ ਪ੍ਰੋਡਕਸ਼ਨ 0 ਹੀ ਕਿਉਂ ਨਾ ਹੋਵੇ, ਟੋਟਲ ਫਿਕਸ ਕਾਸਟ ਕੁਛ ਨਾ ਕੁਛ ਹੋਏਗੀ। ਜਿਵੇਂ ਜਿਵੇਂ ਯੂਨਿਟਸ ਆਫ ਆਊਟਪੁੱਟ ਇਨਕਰੀਜ਼ ਹੁੰਦੇ ਨੇ, ਟੋਟਲ ਫਿਕਸ ਕਾਸਟ ਹੈ ਜਿਹੜੀ ਉਹ ਇਨਕਰੀਜ਼ ਨਹੀਂ ਹੁੰਦੀ, ਉਹ ਸੇਮ
ਰਹਿੰਦੀ ਹੈ ਜਿੰਨੀ ਪਹਿਲਾਂ ਸੀ 10 ਦੀ 10 ਹੀ ਰਹੇਗੀ, ਉਹਦੇ ਵਿੱਚ ਕੋਈ ਚੇਂਜ ਨਹੀਂ ਹੋਏਗਾ ਕਿਉਂਕਿ ਇਹ ਆਪਾਂ ਇਨੀਸ਼ੀਅਲੀ ਜੋ ਸਪੈਂਡ ਕਰਦੇ ਨੇ ਫਿਕਸਡ ਰਿਸੋਰਸਿਸ ਤੇ। ਐਂਡ TFC ਦੀ ਕਰਵ ਆਪਾਂ ਨੇ ਦੇਖੀ ਸੀ ਕਿ ਐਕਸ ਐਕਸਿਸ ਦੇ ਪੈਰਲਲ ਹੁੰਦੀ ਆ, ਮੀਨਸ ਕੁਆਂਟੀਟੀਜ਼ ਆਊਟਪੁੱਟ ਜਿੰਨੀ ਮਰਜ਼ੀ ਇਨਕਰੀਜ਼ ਕਰੋ ਕਿ वेरिएबल्स फैक्टर के थ्रू इंक्रीज करते हैं, फिक्स फैक्टर फिक्स होंगे तो फिक्स फैक्टर्स की जो कॉस्ट होगी फिक्स होगी एंड वेरिएबल फैक्टर्स के जो कॉस्ट होंगे दैट इज कॉल्ड टोटल वेरिएबल कॉस्ट। द वेरिएबल फैक्टर्स ਤੇ ਜਦੋਂ ਆਪਾਂ ਇਨਕਰੀਜ਼ ਕਰਦੇ ਆ ਸ਼ਾਰਟ ਟਰਮ ਦੇ ਵਿੱਚ ਆਊਟਪੁੱਟ ਇਨਕਰੀਜ਼ ਕਰਨ ਦੇ ਲਈ ਤਾਂ ਆਪਣੀ ਜਿਹੜੀ ਟੋਟਲ ਵੇਰੀਏਬਲ ਕਾਸਟ ਹੋਵੇ ਕੀ ਹੁੰਦੀ ਆ ਇਨਕਰੀਜ਼ ਹੁੰਦੀ ਆ। ਤਾਂ TVC ਹੈ ਜਿਹੜੀ ਆਪਣੀ ਟੋਟਲ ਵੇਰੀਏਬਲ ਕਾਸਟ ਉਹ ਲੈਫਟ ਰਾਈਟ ਅਪਵਰਡ ਜਾਏਗੀ ਜੋ ਸਾਨੂੰ ਦੱਸੇਗੀ in output ਤੇ cost ਦੇ ਵਿੱਚ positive relations ਕਿ ਜਿਵੇਂ ਜਿਵੇਂ output increase ਹੋ ਰਹੀ ਹੈ with the help of variables factor ਉਵੇਂ ਆਪਣੀ cost ਵੀ ਕੀ ਹੋ ਰਹੀ ਹੈ increase ਹੋ ਰਹੀ ਹੈ। ਉਸ ਤੋਂ ਬਾਅਦ ਆਪਣਾ ਟੋਟਲ ਕਾਸਟ ਇਜ਼ ਅ ਸਮ ਆਫ ਟੋਟਲ ਫਿਕਸਡ ਕਾਸਟ ਐਂਡ ਟੋਟਲ ਵੇਰੀਏਬਲ ਕਾਸਟ ਜੋ ਕਿ ਤੁਸੀਂ ਟੇਬਲ ਦੇ ਵਿੱਚ ਦੇਖ ਸਕਦੇ ਹੋ ਕਿ ਟੋਟਲ ਕਾਸਟ ਹੁੰਦੀ ਹੈ ਟੋਟਲ ਪ੍ਰੋਡਕਸ਼ਨ ਦੀ ਕਾਸਟ ਤਾਂ ਪ੍ਰੋਡਕਸ਼ਨ ਤੇ ਫਿਕਸਡ ਕਾਸਟ ਵੀ ਆ ਰਹੀ ਹੈ ਵੇਰੀਏਬਲ ਕਾਸਟ ਵੀ ਆ ਰਹੀ ਹੈ ਤਾਂ ਦੋਨਾਂ ਨੂੰ ਪਲੱਸ ਕਰਕੇ ਆਪਣੀ ਜਿਹੜੀ ਟੋਟਲ ਕਾਸਟ ਉਹ ਕੈਲਕੂਲੇਟ ਹੋ ਜਾਏਗੀ। ਤਾਂ ਟੋਟਲ ਕਾਸਟ ਆਪਣੀ ਇਨਕਰੀਜ਼ ਹੁੰਦੀ ਹੈ ਜਿਵੇਂ ਜਿਵੇਂ ਆਪਾਂ ਜਿਹੜੀ ਆਪਣੇ ਯੂਨਿਟਸ ਨੇ ਉਹਨਾਂ ਨੂੰ ਜ਼ਿਆਦਾ ਕੀ ਕਰਦੇ ਆ ਪ੍ਰੋਡਿਊਸ ਕਰਦੇ ਆ ਨਾ ਸ਼ਾਰਟ ਟਰਮ ਦੇ ਵਿੱਚ। ਤਾਂ ਰਿਲੇਸ਼ਨਸ਼ਿਪ ਬਿਟਵੀਨ ਦਾ ਟੋਟਲ ਵੇਰੀਏਬਲ ਐਂਡ ਫਿਕਸਡ ਕਾਸਟ ਕੀ ਹੋਏਗਾ ਜਿਹੜੀ ਆਪਣੀ TC ਹੈ ਟੋਟਲ ਕਾਸਟ ਆਪਣੀ 10 ਤੋਂ ਸਟਾਰਟ ਹੋਏਗੀ ਕਿਉਂਕਿ ਉਹਦੇ ਵਿੱਚ ਫਿਕਸਡ ਕਾਸਟ ਐਡ ਹੁੰਦੀ ਹੈ ਫਿਕਸਡ ਕਾਸਟ ਜ਼ੀਰੋ ਨਹੀਂ ਹੁੰਦੀ ਚਾਹੇ ਆਪਣੀ ਪ੍ਰੋਡਕਸ਼ਨ ਜ਼ੀਰੋ ਹੀ ਕਿਉਂ ਨਾ ਹੋਵੇ। ਤੇ ਜਿਹੜੀ ਆਪਣੀ TVC ਹੈ ਟੋਟਲ ਵੇਰੀਏਬਲ ਕਾਸਟ ਉਹ ਜਦੋਂ ਆਊਟਪੁੱਟ ਜ਼ੀਰੋ ਹੁੰਦੀ ਹੈ ਤਾਂ ਉਹ ਕਾਸਟ ਵੀ ਜ਼ੀਰੋ ਹੁੰਦੀ ਹੈ ਕਿਉਂਕਿ ਲੇਬਰ ਤੇ ਰॉ ਮਟੀਰੀਅਲ ਆਪਾਂ ਯੂਜ਼ ਨਹੀਂ ਕਰਦੇ ਹੈਗੇ। ਐਂਡ TFC ਆਪਣੀ ਫਿਕਸ ਹੁੰਦੀ ਹੈ ਚਾਹੇ ਆਊਟਪੁੱਟ ਆਪਣੀ ਜ਼ੀਰੋ ਹੀ ਕਿਉਂ ਨਾ ਹੋਵੇ ਤਾਂ TFC ਤੇ TVC ਨੂੰ ਜਦੋਂ ਪਲੱਸ ਕਰਾਂਗੇ ਤਾਂ ਟੋਟਲ ਕਾਸਟ ਸਾਡੀ ਕੈਲਕੂਲੇਟ ਹੋ ਜਾਏਗੀ ਜਿਵੇਂ ਕਿ 0 ਪਲੱਸ TVC 0 ਹੈ ਐਂਡ ਆਪਣੀ TFC 1 ਹੈ ਤਾਂ ਕਿ ਆਪਣਾ ਜਿਹੜੀ ਹੈ ਫਰਸਟਲੀ ਟੋਟਲ ਕਾਸਟ 10 ਤੋਂ ਹੀ ਸਟਾਰਟ ਹੋਏਗੀ ਕੁਝ ਨਾ ਕੁਝ ਹੋਏਗੀ। ਐਂਡ ਨੈਕਸਟ ਆਪਾਂ ਨੇ ਕੀਤਾ ਸੀ ਐਵਰੇਜ ਕਾਸਟ ਕੀ ਹੁੰਦਾ ਪਰ ਯੂਨਿਟ ਤੇ ਜੋ ਕਾਸਟ ਆਉਂਦੀ ਹੈ ਦੈਟ ਇਜ਼ ਕਾਲਡ ਐਵਰੇਜ ਕਾਸਟ। ਤਾਂ ਐਵਰੇਜ ਕਾਸਟ ਨੂੰ ਆਪਾਂ ਕਿੱਦਾਂ ਕੈਲਕੂਲੇਟ ਕਰ ਸਕਦੇ ਸੀ ਟੋਟਲ ਕਾਸਟ ਆਫ ਪ੍ਰੋਡਕਸ਼ਨ ਡਿਵਾਈਡ ਬਾਈ ਨੰਬਰ ਆਫ ਪ੍ਰੋਡਕਸ਼ਨ ਯੂਨਿਟਸ। ਟੋਟਲ ਕਾਸਟ ਨੂੰ ਜਦੋਂ ਆਪਾਂ ਨੰਬਰ ਆਫ ਪ੍ਰੋਡਕਸ਼ਨ ਯੂਨਿਟਸ ਨਾਲ ਡਿਵਾਈਡ ਕਰਾਂਗੇ ਤਾਂ ਆਪਣੀ ਜਿਹੜੀ ਐਵਰੇਜ ਕਾਸਟ ਉਹ ਕੈਲਕੂਲੇਟ ਹੋ ਜਾਏਗੀ। ਟਾਈਪਸ ਆਫ ਐਵਰੇਜ ਕਾਸਟ ਕਹਿੰਦੇ ਐਵਰੇਜ ਕਾਸਟ ਟੂ ਟਾਈਪਸ ਦੀ ਹੁੰਦੀ ਹੈ ਐਵਰੇਜ ਫਿਕਸਡ ਕਾਸਟ ਤੇ ਐਵਰੇਜ ਵੇਰੀਏਬਲ ਕਾਸਟ। ਜੋ ਇੱਕ ਯੂਨਿਟ ਦੀ ਪ੍ਰੋਡਕਸ਼ਨ ਤੇ ਫਿਕਸ ਕਾਸਟ ਆਉਂਦੀ ਹੈ ਦੈਟ ਇਜ਼ ਕਾਲਡ ਐਵਰੇਜ ਫਿਕਸ ਕਾਸਟ ਐਂਡ ਜੋ ਇੱਕ ਯੂਨਿਟ ਦੀ ਪ੍ਰੋਡਕਸ਼ਨ ਤੇ ਵੇਰੀਏਬਲ ਕਾਸਟ ਆਉਂਦੀ ਦੈਟ ਇਜ਼ ਕਾਲਡ ਐਵਰੇਜ ਵੇਰੀਏਬਲ ਕਾਸਟ। ਤਾਂ ਐਵਰੇਜ ਫਿਕਸ ਕਾਸਟ ਨੂੰ ਆਪਾਂ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ ਟੋਟਲ ਫਿਕਸ ਕਾਸਟ ਡਿਵਾਈਡ ਬਾਈ ਕੁਆਂਟੀਟੀ ਪ੍ਰੋਡਿਊਸ ਕਿ ਟੋਟਲ ਫਿਕਸਡ ਕਾਸਟ ਸਾਡੀ ਕਿੰਨੀ ਲੱਗੀ ਹੈ ਤੇ ਕਿੰਨੀਆਂ ਕੁਆਂਟੀਟੀਜ਼ ਪ੍ਰੋਡਿਊਸ ਹੋਈਆਂ ਨੇ ਦੋਨਾਂ ਨੂੰ ਡਿਵਾਈਡ ਕਰਾਂਗੇ ਤਾਂ ਐਵਰੇਜ ਫਿਕਸ ਕਾਸਟ ਸਾਡੀ ਕੈਲਕੂਲੇਟ ਹੋ ਜਾਏਗੀ। ਤਾਂ AFC ਜਿਹੜੀ ਸਾਡੀ ਐਵਰੇਜ ਫਿਕਸਡ ਕਾਸਟ ਜਿਵੇਂ ਆਪਾਂ ਨੰਬਰ ਆਫ ਯੂਨਿਟਸ ਜ਼ਿਆਦਾ ਬਣਾਉਂਦੇ ਆ ਤਾਂ ਪਹਿਲਾਂ ਤਾਂ ਆਪਣੀ ਕੀ AFC ਹਮੇਸ਼ਾ ਆਪਣੀ ਕੀ ਹੋਏਗੀ डिक्रीज होएगी। एवरेज फिक्स कॉस्ट सारी डिक्रीज होएगी रेक्टेंगुलर हाइपरबोला होएगी ये एक्स एक्सिस ਨੂੰ ਟੱਚ ਨਹੀਂ ਕਰੇਗੀ ਕਿਉਂਕਿ ਜੇ ਅਗਰ ਟੱਚ ਕਰਦੀ ਤਾਂ AFC ਆਪਣੀ ਜ਼ੀਰੋ ਹੋਏਗੀ। ਫਿਕਸ ਕਾਸਟ ਸਾਡੀ ਜ਼ੀਰੋ ਹੁੰਦੀ ਆ ਹਰ ਇੱਕ ਪ੍ਰੋਡਕਟ ਦੀ ਪ੍ਰੋਡਕਸ਼ਨ ਦੇ ਲਈ ਪਰ ਲੇਕਿਨ ਫਿਕਸ ਕਾਸਟ ਜ਼ੀਰੋ ਨਹੀਂ ਹੋ ਸਕਦੀ ਚਾਹੇ ਪ੍ਰੋਡਕਸ਼ਨ ਜ਼ੀਰੋ ਹੀ ਕਿਉਂ ਨਾ ਹੋਵੇ। ਤਾਂ ਐਵਰੇਜ ਵੇਰੀਏਬਲ ਕਾਸਟ ਨੂੰ ਅਸੀਂ ਟੋਟਲ ਕਾਸਟ ਦੇ ਨਾਲ डिवाइड करेंगे जो आउटपुट उसके थ्रू कैलकुलेट कर सकते हैं। तो एवरेज वेरिएबल कॉस्ट है जी आउटपुट ਵਧਾਉਣ ਦੇ ਨਾਲ ਪਹਿਲਾਂ ਸਾਡੀ ਡਿਕਰੀਜ਼ ਹੋਏਗੀ ਬਾਅਦ ਦੇ ਵਿੱਚ ਇੱਕ ਪੁਆਇੰਟ ਤੇ ਜਾ ਕੇ ਉਹ ਸਾਡੀ ਇਨਕਰੀਜ਼ ਹੋਣੀ ਸਟਾਰਟ ਹੋ ਜਾਏਗੀ। ਤਾਂ ABC ਕਰਵ ਕੀ ਹੁੰਦੀ ਹੈ ਯੂ ਸ਼ੇਪ ਦੀ ਹੁੰਦੀ ਹੈ। ਪਹਿਲਾਂ ਆਪਣੀ ABC ਜਿਵੇਂ ਜਿਵੇਂ ਨੰਬਰ ਆਫ ਯੂਨਿਟਸ ਆਪਾਂ ਜ਼ਿਆਦਾ ਬਣਾਉਂਦੇ ਆ ਪ੍ਰੋਡਿਊਸ ਕਰਦੇ ਹਾਂ ਸ਼ਾਰਟ ਰਨ ਦੇ ਵਿੱਚ ਤਾਂ ABC ਸਾਡੀ ਡਿਕਰੀਜ਼ ਹੋਏਗੀ ਇੱਕ ਪੁਆਇੰਟ ਤੇ ਆ ਕੇ ਮਿਨੀਮਮ ਹੋ ਜਾਏਗੀ ਤੇ ਉਸ ਤੋਂ ਬਾਅਦ ਜਦੋਂ ਆਪਾਂ ਯੂਨਿਟਸ ਆਫ ਜਿਹੜੇ ਹੈ ਆਪਣੇ ਪ੍ਰੋਡਕਸ਼ਨ ਜ਼ਿਆਦਾ ਕਰਦੇ ਆ ਵਿਦ ਦ ਹੈਲਪ ਆਫ ਵੇਰੀਏਬਲਸ ਫੈਕਟਰਸ ਤਦ ਆਪਣੀ ਜਿਹੜੀ ABC ਕੀ ਹੋਣੀ ਸਟਾਰਟ ਹੋ ਜਾਂਦੀ ਹੈ ਇਨਕਰੀਜ਼ ਹੋਣੀ ਸਟਾਰਟ ਹੋ ਜਾਂਦੀ ਆ ਕਿਉਂਕਿ ਓਵਰ ਯੂਟਿਲਾਈਜੇਸ਼ਨ ਆਫ ਰਿਸੋਰਸਿਸ ਹੁੰਦੀ ਆ। ਅਗਰ ਰਿਲੇਸ਼ਨਸ਼ਿਪ ਬਿਟਵੀਨ ਦਾ ਐਵਰੇਜ ਫਿਕਸਡ ਐਂਡ ਐਵਰੇਜ ਵੇਰੀਏਬਲ ਕਾਸਟ ਦੇ ਵਿੱਚ ਕੀ ਰਿਲੇਸ਼ਨਸ਼ਿਪ ਹੋਏਗਾ ਜਦੋਂ AFC ਤੇ ABC ਦਾ ਪਲੱਸ ਕਰਾਂਗੇ ਤਾਂ ਪਰ ਪ੍ਰੋਡਕਟ ਤੇ ਜੋ ਕਾਸਟ ਆ ਰਹੀ ਹੈ ਦੈਟ ਇਜ਼ ਦ ਐਵਰੇਜ ਕਾਸਟ ਉਹ ਸਾਡੀ ਕੈਲਕੂਲੇਟ ਹੋ ਜਾਏਗੀ। ਤਾਂ ਨੰਬਰ ਆਫ ਯੂਨਿਟਸ ਜਦੋਂ ਆਪਾਂ ਪ੍ਰੋਡਿਊਸ ਕਰਦੇ ਹਾਂ ਤਾਂ ਜਿਹੜੀ ਸਾਡੀ ਐਵਰੇਜ ਕਾਸਟ ਹੈ ਉਹ ਕੀ ਹੋਏਗੀ ਪਹਿਲਾਂ ਡਿਕਰੀਜ਼ ਹੋਏਗੀ ਫਿਰ ਬਾਅਦ ਦੇ ਵਿੱਚ ਇਨਕਰੀਜ਼ ਹੋਣੀ ਸਟਾਰਟ ਹੋ ਜਾਏਗੀ ਇਹ ਵੀ ਯੂ ਸ਼ੇਪ ਦੀ ਹੋਏਗੀ। ਤਾਂ ਦਿਸ ਇਜ਼ ਅ ਯੂ ਸ਼ੇਪ ਐਵਰੇਜ ਕਾਸਟ ਤੇ ਆਪਾਂ ਉਸ ਤੋਂ ਬਾਅਦ ਦੇਖਿਆ ਸੀ ਵਾਈ ਇਜ਼ ਐਨ ਐਵਰੇਜ ਕਾਸਟ ਯੂ ਸ਼ੇਪ। ਤਾਂ ਇਹਦੇ ਕਈ ਰੀਜ਼ਨ ਸੀਗੇ ਜਿਹਦੇ ਕਰਕੇ ਜਿਹੜੀ ਐਵਰੇਜ ਕਾਸਟ ਹੈ ਯੂ ਸ਼ੇਪ ਦੀ ਹੁੰਦੀ ਆ। ਤਾਂ ਇਸ ਤੋਂ ਬਾਅਦ AFC ਪਲੱਸ ABC ਨੂੰ ਬਣ ਕੇ ਕੀ ਬਣਦੀ ਆਪਣੀ ਐਵਰੇਜ ਕਾਸਟ ਬਣਦੀ ਆ। ਤਾਂ ਇਹਦੇ ਵਿੱਚ ਕੀ ਆ ਐਵਰੇਜ ਕਾਸਟ ਕਹਿੰਦੇ ਜਿਹੜੀ ਹੈ ਉਹ ਜ਼ਿਆਦਾ ਚੇਂਜ ਹੁੰਦੀ ਆ ਐਵਰੇਜ ਫਿਕਸ ਕਾਸਟ ਦੇ ਨਾਲੋਂ ਜਦਕਿ AFC ਘਟ ਰਹੀ ਹੈ ਤੇ ABC ਵੀ ਪਹਿਲਾਂ ਘਟ ਰਹੇ ਨੇ ਠੀਕ ਹੈ ਤੇ AC ਵੀ ਘਟ ਰਹੇ ਨੇ। ਤਾਂ ਉਸ ਤੋਂ ਬਾਅਦ ਜਦੋਂ ABC ਵੱਧ ਰਹੀ ਹੈ AFC ਘਟ ਰਹੀ ਹੈ ਤਾਂ ਜਿੰਨੀ AFC ਘਟ ਰਹੀ ਆ ਉਸਦੇ ਕੰਪੈਰੀਜ਼ਨ ABC ਸਾਡੀ ਜ਼ਿਆਦਾ ਵੱਧ ਰਹੀ ਹੈ ਜਿਹਦੇ ਕਰਕੇ ਐਵਰੇਜ ਕਾਸਟ ਕੀ ਹੈ ਸਾਡੀ ਇਹ ਪੁਆਇੰਟ ਤੋਂ ਬਾਅਦ
इंक्रीज हो रही है, ए पॉइंट तक डिक्रीज होएगी, ए पॉइंट ते मिनिमम होएगी जिथे एबीसी इंक्रीज हो रही है, एएफसी डिक्रीज हो रही है, लेकिन एएफसी के कंपैरिजन एबीसी ज्यादा इंक्रीज हो रही है, जिससे करके अपनी एसी की होगी ए तो बाद अपवर्ड होनी शिफ्ट होगी। दैट मीनस एवरेज कॉस्ट ਜਿਹੜੀ ਸਾਡੀ इंक्रीज हो रही है, ਜਿਵੇਂ ਅਸੀਂ यूनिट्स ऑफ आउटपुट ਜਿਹੜੀ ਉਹ ਜ਼ਿਆਦਾ इंक्रीज ਕਰਦੇ। दैट इज अ रीजन एबीसी ਦਾ इंक्रीज होना, ਜਿਹੜੇ वेरिएबल्स फैक्टर्स ने ਉਹਨਾਂ ਤੇ कॉस्ट ਦਾ इंक्रीज होना। ठीक है, तो एक पर्टिकुलर पॉइंट तो बाद जी अपनी एवरेज वेरिएबल कॉस्ट है वो इंक्रीज होनी स्टार्ट हो जाती है, क्योंकि डिमिनिशिंग रिटर्न्स वाला एंड इंक्रीजिंग कॉस्ट वाला जो लॉ है वो अप्लाई होता है। एंड उस तो बाद सीगा अपना जिथों अपने अपना स्टार्ट करना सी, दैट इज द मार्जिनल कॉस्ट। मार्जिनल कॉस्ट की होंदी आ, कहंदे उत्पादन दी एक इकाई दा वाधा करन ते कुल लागत विच जो वाधा हुंदा है उसनूं सीमांत लागत कहा जाता है। मीनस एक इकाई है जिहड़ी ओहदी ज़्यादा प्रोडक्शन करन दे लई उस इकाई दी प्रोडक्शन ते जो कॉस्ट आउंदी है दैट इज कॉल्ड मार्जिनल कॉस्ट। ठीक है, मार्जिनल कॉस्ट नूं कितना कैलकुलेट किया जा सकता है, MC इज इक्वल टू चेंज इन कॉस्ट डिवाइड बाय चेंज इन क्वांटिटी। ठीक है, तो चेंज इन क्वांटिटी एंड चेंज इन कॉस्ट दोनों डिवाइड करांगे तद अपनी जी MC ओ निकल आएगी। तो MC का आपां ਜਿਹੜਾ है टेबल उसके थ्रू इसनूं देख सकते हैं, जिवें कि इत्थे मार्जिनल कॉस्ट दिखाई हुई है, साडी यूनिट्स ऑफ आउटपुट सानू दिखाए हुए ने, टोटल कॉस्ट दिखाई हुई है एंड मार्जिनल कॉस्ट दिखाई हुई है। तो टोटल कॉस्ट के थ्रू जी अपनी मार्जिनल कॉस्ट आप की कर सकते हैं, कैलकुलेट कर सकते हैं। तो फर्स्ट ऑफ ऑल जिवें यूनिट्स ऑफ आउटपुट की कितनी हो रही है, अपनी 1 हो रही है एंड टोटल कॉस्ट अपनी की है 20 है। 1 यूनिट प्रोड्यूस करने ते जी कॉस्ट आ रही है टोटल वो 20 है एंड मार्जिनल कॉस्ट कितनी है 20 तो पहला, क्योंकि जीरो प्रोडक्शन है तो टीसी भी साडी जीरो, तो मान लो 20 माइनस 0 इज इक्वल टू 20 एंड उस तो बाद अपन एक यूनिट होर प्रोड्यूस करना स्टार्ट किया, एक यूनिट एक्स्ट्रा प्रोड्यूस किया, तो सैकेंड यूनिट प्रोड्यूस करने दे नाल जिहड़ी साडी टोटल कॉस्ट सी उहदे विच कितना इंक्रीज आया 20 टू 28। तो सैकेंड यूनिट नू प्रोड्यूस करने की जिहड़ी कॉस्ट है कितनी है 28 माइनस 20 इज इक्वल टू 8। तो सैकेंड यूनिट की प्रोडक्शन पे जो कॉस्ट आ रही है दैट इज 8 एंड थर्ड यूनिट एक होर यूनिट प्रोड्यूस किया तो उसके थ्रू जी टोटल कॉस्ट है इंक्रीज हो गई 28 टू 34 एंड जी मार्जिनल कॉस्ट है थर्ड यूनिट की प्रोडक्शन की 34 माइनस 28 इज इक्वल टू 6। उसके बाद फोर्थ यूनिट प्रोड्यूस किया MC अपनी 4 एंड फिफ्थ यूनिट प्रोड्यूस किया MC अपनी 4। पहला तो फिफ्थ एंड फोर्थ यूनिट की प्रोडक्शन तक अपनी जी MC या मार्जिनल कॉस्ट की है वो डिक्रीज हो रही है एंड सिक्स्थ एंड सैवंथ एंड एट्थ जिथे आप ए यूनिट्स की प्रोडक्शन करते हैं मीनस 1 बाय 1 6 तो बाद 7 एंड 8 यूनिट एक्स्ट्रा प्रोड्यूस करते हैं तो उसके नाल उसते आने वाली जी मार्जिनल कॉस्ट है वो साडी इंक्रीज होएगी। 6 यूनिट की प्रोडक्शन ते जो कॉस्ट आएगी दैट इज 6 एंड 7 दी ते 8 एंड 8 दी ते 16। तब जिमें जिमें यूनिट्स आप ज़्यादा प्रोड्यूस करते जावांगे तो अपनी जी मार्जिनल कॉस्ट भी की होती जाएगी इंक्रीज होती जाएगी। MC पहले डिक्रीज होएगी फिर MC मिनिमम तो उसके बाद फिर MC इंक्रीज होएगी। तो दिस इज द डायग्राम्स ऑफ मार्जिनल कॉस्ट कर्व। ठीक है, फॉर एग्जाम्पल जिमें कि आप मार्जिनल कॉस्ट तुहानू पिछे देखी हुई तुसी तो TC दे विच TC दे थ्रू आप कैलकुलेट कर सकते हैं। तो मार्जिनल कॉस्ट की जी अपनी शेप है वो इस तरह की होगी, यू शेप मार्जिनल कॉस्ट होगी। कहते मार्जिनल कॉस्ट इज represent in U shape units of output shown on the x axis and marginal cost on y axis. MC is marginal cost curve है जी, it is also U shaped. Initially it's fall, पहला MC जी अपनी fall होएगी फिर मिनिमम पॉइंट पे पहुंच जाएगी एंड फिर देन एक पॉइंट तो आके की होनी स्टार्ट हो जाएगी, राइज होना स्टार्ट हो जाएगी। कहते व्हाई डज मार्जिनल कॉस्ट कर्व यू शेप, कहते यू शेप क्यों होंदी है, कहते क्योंकि जो आप प्रोडक्शन करते हैं 1 मोर यूनिट ऑफ आउटपुट कहते प्रोड्यूस करते हैं तो जी साडी टोटल वेरीएबल कॉस्ट है वो चेंज होंदी है, TBC साडी इंक्रीज होंदी है। इनिशियली कहते जो आप एक्स्ट्रा प्रोडक्शन करते हैं तो अपनी जी कॉस्ट है वो की होएगी डिक्रीज होएगी क्योंकि सैबरल जेडे अपने सैबरल इकोनॉमिक्स ने बेनिफिट्स ने वो फर्म्स इंजॉय करनगे, एफिशिएंसी इंक्रीज होएगी,
प्रॉपर यूटिलाइजेशन ऑफ रिसोर्सिस होएगी, इंक्रीजिंग रिटर्न टू आ फैक्टर आउणगे एंड डिमिनिशिंग कॉस्ट आएगी, जिदे करके एमसी अपनी पहला की होएगी डिक्रीज होएगी। फिर एमसी अपनी मिनिमम पॉइंट है, जिमें कि आप ज़्यादा प्रोडक्शन करते जावांगे ਤੇ ਉਸ ਤੋਂ ਬਾਅਦ ਜੇ ਅਗਰ ਆਪਾਂ ਪ੍ਰੋਡਕਸ਼ਨ ਕਰਾਂਗੇ ਤਾਂ ਫਿਰ ਜਿਹੜੀ ਆਪਣੀ ਐਮਸੀ ਆ ਕਿਤੇ ਨਾ ਕਿਤੇ ਉਹ ਇਨਕਰੀਜ਼ ਹੋਣਾ ਸਟਾਰਟ ਹੋ ਜਾਏਗੀ ਜਦੋਂ ਐਕਸਟਰਾ ਯੂਨਿਟਸ ਆਪਾਂ ਪ੍ਰੋਡਿਊਸ ਕਰਾਂਗੇ, ਕਿਉਂਕਿ ਉੱਥੇ ਸੈਵਰਲ ਜਿਹੜੀਆਂ ਡਿਸਇਕਨੋਮਿਕਸ ਨੇ ਉਹ ਆਕਰ ਕਰਨਗੀਆਂ, ਠੀਕ ਹੈ, ਪ੍ਰੋਬਲਮਸ ਆਉਣਗੀਆਂ, ਜਿਹਦੇ ਕਰਕੇ ਆਪਣੀ ਮਾਰਜਨਲ ਕਾਸਟ ਕੀ ਹੈ ਇਨਕਰੀਜ਼ ਹੋਏਗੀ, ਯੂ ਸ਼ੇਪ ਦੀ ਹੋਏਗੀ, ਤਦ ਕਰਕੇ ਜਿਹੜੀ ਆਪਣੀ ਐਮਸੀ ਕਰਵ ਹੈ ਉਹ ਯੂ ਸ਼ੇਪ ਦੀ ਹੁੰਦੀ ਆ। And the next is relationship between average cost and marginal cost. Average cost and marginal cost ਦੇ ਵਿੱਚ ਕੀ ਜਿਹੜਾ ਹੈ relation first ਕਹਿੰਦੇ when AC falls MC is less than AC। ਇੱਥੇ average cost ਤੇ marginal cost ਦੀ ਤੁਹਾਨੂੰ relation ਦੱਸਿਆ ਹੋਇਆ ਹੈ, ਦੋਨੇ U shape ਦੇ ਹੁੰਦੀਆਂ ਨੇ, units of output ਦਿਖਾਈ ਹੋਈ ਹੈ, total cost ਦਿਖਾਈ ਹੋਈ ਹੈ, टोटल फिक्स्ड कॉस्ट दिखाई हुई है, टोटल वेरिएबल कॉस्ट दिखाई हुई है, एवरेज फिक्स्ड कॉस्ट, एवरेज वेरिएबल कॉस्ट, एवरेज कॉस्ट एंड मार्जिनल कॉस्ट। तो तुसी इसके थ्रू अपना जो है कैलकुलेट कर सकते हो। तो फर्स्ट इज कहते यूनिट्स ऑफ आउटपुट है 0 एंड टीसी अपनी की है 10 एंड टीएफसी अपनी की है 10 एंड टीवीसी अपनी कितनी है 0 एंड एएफसी तुसी कैलकुलेट कर सकते हो। एएफसी ਨੂੰ कैलकुलेट करने के लिए टीएफसी डिवाइड बाय 0 is equal to 0 and ABC ਨੂੰ भी कैलकुलेट कर सकते हो। TBC डिवाइड बाय आउटपुट मीन्स 0 एंड AC की है ਤੁਹਾਡੀ एवरेज कॉस्ट, दिस इज अ सम ऑफ AFC एंड ABC एंड MC या इनिशियल ਜਿਹੜਾ ਹੈ ਆਪਣਾ ਪ੍ਰੋਡਕਸ਼ਨ ਉਹਨੂੰ ਕਾਸਟ ਨੂੰ ਉਹਨੂੰ ਡਿਕਰੀਜ਼ ਕਰਨ ਦੀ, ਠੀਕ ਹੈ, ਟੋਟਲ ਕਾਸਟ ਦੇ ਵਿੱਚ। ਤਾਂ ਇੱਥੇ ਕੀ ਹੈ ਟਾਈਮ 0 ਹੈ ਮਾਰਜਨਲ ਕਾਸਟ एंड 10 माइनस 0 तो 0 ਸਾਨੂੰ ਨਹੀਂ ਪਤਾ ਕਿ ਪਹਿਲਾ ਵੈਲਿਊ ਕੀ ਹੈ ਆउटपुट, क्योंकि 0 है तो दैट इज अ इनफिनिटी एंड उसके बाद जब अपनी आउटपुट 1 है, टीसी अपनी इंक्रीज हो रही है 20 एंड टीएफसी अपनी फिक्स है 10, टीवीसी ਆਪਾਂ कैलकुलेट टीवीसी अपनी 10 है, एएफसी ਆਪਾਂ कैलकुलेट कर सकते हैं 10 डिवाइड बाय 1 इज इक्वल टू 10 एंड एबीसी 10 डिवाइड बाय 1 इज इक्वल टू 10 एंड एसी एवरेज कॉस्ट AFC ਤੇ ABC ਦਾ ਪਲੱਸ ਤੇ 10 plus 10 is equal to 20 and marginal cost 10 minus 0 is equal to 20 minus 10 is equal to 10 and ਜਦੋਂ ਆਪਾਂ ਸੈਕੰਡ ਯੂਨਿਟ ਦੀ ਪ੍ਰੋਡਕਸ਼ਨ ਕੀਤੀ, ਇੱਕ ਐਕਸਟਰਾ ਯੂਨਿਟ ਨੂੰ ਹੋਰ ਪ੍ਰੋਡਿਊਸ ਕੀਤਾ ਤਾਂ ਟੋਟਲ ਕਾਸਟ ਆਪਣੀ ਇਨਕਰੀਜ਼ 28 ਐਂਡ TFC ਆਪਣੀ ਫਿਕਸ ਹੈ 10 ਐਂਡ TBC ਆਪਣੀ ਇਨਕਰੀਜ਼ ਹੋ ਕੇ 18 ਹੋਗੀ, AFC ਆਪਣੀ 5 एंड ABC 9 एंड AC अपनी 14 एंड MC अपनी 8। तो इस टेबल ਦੇ ਵਿੱਚ ਤੁਹਾਨੂੰ ਕੀ ਪਤਾ ਲੱਗਦਾ ਹੈ ਕਿ when AC fall MC is less than AC, ਕਿ ਜਿਵੇਂ ਜਿਵੇਂ ਆਪਾਂ ਨੰਬਰ ਆਫ ਯੂਨਿਟਸ ਇਨਕਰੀਜ਼ ਕਰਦੇ ਹੁੰਦੇ ਆ, ਜ਼ਿਆਦਾ ਆਊਟਪੁੱਟ ਕਰਨੀ ਸਟਾਰਟ ਕਰਦੇ ਆ ਸ਼ਾਰਟ ਰਨ ਦੇ ਵਿੱਚ, ਤਾਂ ਜਿਹੜੀ ਆਪਣੀ AC ਕਰਵ ਹੈ ਉਹ ਪਹਿਲਾਂ ਕੀ ਹੋਏਗੀ ਡਿਕਰੀਜ਼ ਹੋਏਗੀ, ਫਿਰ ਉਹ इंक्रीज होना स्टार्ट हो जाएगी। उसी तरह एमसी कर्व भी पहले डिक्रीज होएगी ते फिर वो इंक्रीज होना स्टार्ट हो जाएगी। तो रिलेशन की है कहते आपां जिहड़ी व्हेन एसी फॉल एमसी इज लैस दैन एसी, जदों एसी फॉल करदी है तो एमसी भी फॉल करदी है, लेकिन जिहड़ी एमसी हुंदी है वो दिस इज अ लैस दैन एसी। जिवें कि तुसीं डायग्राम दे विच देख सकते हो कि 2014 11.3 9.3 एसी ज्यादा है लेकिन एमसी की है 10 8 6 4, दोवें घट रही ने, लेकिन एसी की कंपैरिजन एमसी ज्यादा की है घट रही है। दैन की हुंदा है एसी फॉल, जो एसी फॉल करती है एमसी उसदे नालों एमसी इज लैस दैन एसी, एमसी हुंदी है वो एसी दे नालों ज्यादा फॉल करती है, वो लैस हुंदी है घट हुंदी है, ठीक है। एंड एसी इज द सम ऑफ एएफसी एंड एबीसी। तो इत्थे की है उस तो बाद की है डज एमसी राइज व्हेन एसी इज डिक्रीजिंग। तो तुसी इत्थे देख सकते हो पहला डाटा टेबल दे विच देखो कि कंपैरिजन एमसी लेस है एसी दे कंपैरिजन, एसी भी डिक्रीज हो रही है एमसी भी डिक्रीज हो रही है। एंड उस दे विच देख सकते हो तुसी डायग्राम दे विच ता ओ एक्स अक्ष ते यूनिट्स ऑफ आउटपुट लिखे हुए ने, ओ वाई ते कॉस्ट लिखी हुई है, एमसी इज अ मार्जिनल कॉस्ट एंड एसी इज अ एवरेज कॉस्ट। तो दोनों की ने पहला ए एंड बी पॉइंट तो डिक्रीज हो रही ने, एसी अपनी अबव है ते एमसी अपनी डाउन है। एसी भी ए पॉइंट तो ए तक डिक्रीज हो रही है, एमसी भी
बी पॉइंट तो एफ तक डिक्रीज हो रही है, लेकिन ए पॉइंट तो एम सी की है लैस है घट है, लेकिन दो में डिक्रीज हो रही ने। एंड उस तो बाद की है डज एम सी राइज वैन ए सी इज डिक्रीजिंग, जो कहते एम सी राइज होंगी है एफ पॉइंट है, तुम देख सकते हो एफ पॉइंट से जी अपनी एम सी ओ मिनीमम है, मार्जिनल कॉस्ट मिनीमम है एफ पॉइंट से, लेकिन अपनी ए सी की ऊपर तुम देख सकते हो ए सी तद भी की अपनी फॉल हो रही है। ठीक है, जिथे कहते ए सी की जी आउटपुट है जो एफ पॉइंट पे एम सी है क्यू ओ क्यू है तो एंड ए सी की आउटपुट भी ओ क्यू है, लेकिन ए सी फॉल हो रही है तो एम सी अपनी मिनीमम है, मार्जिनल कॉस्ट एवरेज कॉस्ट के नालों लैस है। उस तो बाद किया कहते वैन ए सी राइज एम सी ग्रेटर दैन ए सी, जो ए सी राइज हो रही है तो एम सी ग्रेटर दैन ए सी है। ई पॉइंट तो बाद तुम देख सकते हो एम सी भी राइज हो रही है ए सी भी राइज हो रही है, दोनों इंक्रीज हो रही ने, लेकिन एम सी है जी वो ज़्यादा हायर इंक्रीज हो रही है ए सी के कंपैरिजन, क्योंकि एम सी कव जी अबव है ए सी तो। एम सी कट्स ए सी एट इट्स लोअर पॉइंट, जी एम सी कव है वो ए सी हमेशा लोअर पॉइंट तो ही कट करती है मिनीमम पॉइंट तो। ए सी जिथे मिनीमम है एम सी उत्थे लोअर पॉइंट तो अप जाके ए सी कट करेगी, दैट इज अ पॉइंट ई। ठीक है, जिथे ए सी ते एम सी जी कर्व्स ने एक दूसरे की कर रही ने कट रही ने। दिस इज द रिलेशनशिप बिटवीन द ए सी एंड एम सी। अगे गए ए सी एंड एम सी एंड लॉ ऑफ रिटर्न्स कहते एवरेज कॉस्ट ते मार्जिनल कॉस्ट के लॉ ऑफ रिटर्न्स ने जो अप्लाई होंगे ने। कहते फर्स्ट लॉ है, ठीक है, तुहानू पता है कि लॉ ऑफ रिटर्न्स थ्री टाइप्स ने, लॉ ऑफ डिमिनिशिंग रिटर्न्स, लॉ ऑफ इंक्रीजिंग रिटर्न्स एंड लॉ ऑफ कॉन्स्टेंट रिटर्न्स। तो इत्थे की है लॉ ऑफ इंक्रीजिंग रिटर्न्स एंड डिमिनिशिंग कॉस्ट रिटर्न टू अ फैक्टर। द फर्स्ट लॉ है लॉ ऑफ इंक्रीजिंग रिटर्न्स एंड डिमिनिशिंग कॉस्ट। कहते इस लॉ के अकॉर्डिंग जो आप शॉर्ट रन के फिक्स फैक्टर्स के नाल वेरीएबल्स फैक्टर्स की क्वांटिटी इंक्रीज करांगे तो अपनी जी आउटपुट है प्रोडक्शन है वो बहुत ज़्यादा होएगी, तो जी कॉस्ट है अपनी की होएगी डिक्रीज होएगी। इन्हों इंक्रीजिंग रिटर्न ते डिमिनिशिंग कॉस्ट वाला लॉ भी बोलते हैं। तो इतने तुम देख सकते हो जी अपनी कॉस्ट कर्व्स ने वो डिमिनिशिंग ने, लैफ्ट राइट डाउनवर्ड ने, जो सानू की शो कर रही ने कॉस्ट के डिक्रीज शो कर रही ने कि जिमें जिमें आउटपुट इंक्रीज हो रही है तो जी अपनी कॉस्ट कर्व्स ने वो की ने लैफ्ट राइट डाउनवर्ड हो रही ने। तो इतने तुम देख सकते हो ओ एक्स अक्ष से आउटपुट है एंड ओ वाई से कॉस्ट दिखाई हुई है, एम सी इज द मार्जिनल कॉस्ट एंड ए सी इज द एवरेज कॉस्ट। तो इतने भी तुम देख सकते हो जी एवरेज कॉस्ट है वो जी मार्जिनल कॉस्ट है वो की है लैस है। तो ये दोनों कर्व्स की शो कर दिया ने कि जिमें जिमें नंबर ऑफ आउटपुट आप इंक्रीज करांगे तो जी पर प्रोडक्ट के कॉस्ट है साडी की होएगी कटती जाएगी। तो क्यों करती जाएगी? क्योंकि लॉ ऑफ इंक्रीजिंग रिटर्न्स है, इनपुट के बदले आउटपुट ज़्यादा है तो कॉस्ट क्यों घट रही है। ਜਿਹੜੇ ਆਪਣੇ ਫਿਕਸ ਫੈਕਟਰ ਸੀ ਉਹਨਾਂ ਦੀ ਪ੍ਰੋਪਰ ਯੂਟਿਲਾਈਜੇਸ਼ਨ ਨਹੀਂ ਹੋ ਰਹੀ ਸੀ, ਅੰਡਰ ਯੂਟਿਲਾਈਜੇਸ਼ਨ ਹੋ ਰਹੀ ਸੀ, ਲੇਕਿਨ ਜਦੋਂ ਆਪਾਂ ਵੇਰੀਏਬਲਸ ਫੈਕਟਰ ਨੂੰ ਯੂਜ਼ ਕੀਤਾ ਤਾਂ ਪ੍ਰੋਪਰ ਯੂਟਿਲਾਈਜੇਸ਼ਨ ਹੋਣ ਲੱਗੀ, ਐਫੀਸ਼ੀਐਂਸੀ ਇਨਕਰੀਜ਼ ਹੋਈ, ਜਿੱਤੇ ਕਰਕੇ ਰਿਟਰਨਸ ਪੋਜ਼ਿਟਿਵ ਐਂਡ ਕॉस्ट डिमिनिशिंग, तब करके एसी एमसी दोनों अपने की होंगे लेफ्ट राइट डाउनवर्ड होंगे। एंड इतने की लॉ ऑफ डिमिनिशिंग रिटर्नस एंड इंक्रीजिंग कॉस्ट। एक पॉइंट तो बाद जो आप एक पहला तो जो आप अपनी जी प्रोडक्शन है वो विद द हेल्प ऑफ वेरिएबल्स फैक्टर इंक्रीज करते हैं तो अपनी प्रोडक्शन इंक्रीज होएगी, इंक्रीजिंग रिटर्न्स होंगे। एक पॉइंट पे आके कांस्टेंट हो जाएगी तो उस तो बाद डिक्रीज होना स्टार्ट हो जाएगी जिथे ओवर यूटिलाइजेशन ऑफ रिसोर्सिस होएगी। ठीक है, तो उत्थे कॉस्ट इंक्रीज होएगी लेकिन प्रोडक्शन इन्नी नहीं होएगी। तो ये ला अपन डिमिनिशिंग रिटर्न से इंक्रीजिंग कॉस्ट बारे दसदा है कि अपने रिटर्न्स घट होने मीनस इनपुट तो आउटपुट घट होनी तो अपनी कॉस्ट का इंक्रीज होना। ठीक है, इतने तुम देख सकते हो ओ एक्स से आउटपुट दिखाई हुई है, ओ वाई से कॉस्ट दिखाई हुई है, ए सी एवरेज कॉस्ट कर्व एंड एम सी मार्जिनल कॉस्ट कर्व। तो ए सी एम सी दोनों की ने वाई एक्सिस तो स्टार्ट हो रहे हैं। ठीक है, लेकिन जी अपनी एम सी है वो अवब है ए सी तो ये पॉजिटिव कर्व्स ने एक ही शो कर रही ने कि एक पॉइंट के बाद जिमें जिमें आप आउटपुट इंक्रीज करांगे अपनी मार्जिनल कॉस्ट से एवरेज कॉस्ट है जी होएगी इंक्रीज होएगी कि क्योंकि जिन्ने आप इनपुट्स लगा रहे हैं उन्होंने बदले साडी कॉस्ट ज़्यादा है तो रेवेन्यू घट है मीनस प्रोडक्शन घट है। ठीक है, दैट इज द रीजन कि ए सी ते एम सी इतने साडी की होएगी पॉजिटिव होएगी, जो सानू डिक्रीज इन प्रोडक्शन एंड इंक्रीज इन कॉस्ट दिखा रही है। And the next is law of constant return and constant cost.
ਕਹਿੰਦੇ ਸ਼ਾਰਟ ਰਨ ਦੇ ਵਿੱਚ ਕਾਸਟ ਐਨਾਲਿਸਿਸ ਦੇ ਵਿੱਚ ਕੀ ਹੁੰਦਾ, ਜਿਹੜਾ ਲਾ ਆਫ ਕਾਂਸਟੈਂਟ ਰਿਟਰਨ ਵੀ ਅਪਲਾਈ ਹੁੰਦਾ ਹੈ, ਜਿੱਥੇ ਜਿਹੜੀ ਕਾਸਟ ਹੁੰਦੀ ਹੈ ਹੁੰਦੀ ਹੈ ਕਾਂਸਟੈਂਟ ਹੁੰਦੀ ਹੈ, ਕਾਸਟ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚੀਜ਼ ਨਹੀਂ ਹੁੰਦਾ ਹੈ। ਤਾਂ ਇੱਥੇ ਨੰਬਰ ਆਫ ਯੂਨਿਟਸ ਚਾਹੇ ਆਪਾਂ ਜ਼ਿਆਦਾ ਪ੍ਰੋਡਿਊਸ ਕਰੀਏ ਚਾਹੇ ਘੱਟ ਪ੍ਰੋਡਿਊਸ ਕਰੀਏ, ਜਿਹੜੀ ਆਪਣੀ ਕਾਸਟ ਕੀ ਹੋਏਗੀ ਫਿਕਸ ਹੋਏਗੀ। ਐਵਰੇਜ ਤੇ ਮਾਰਜਨਲ ਕਾਸਟ ਉਸ ਦੇ ਵਿੱਚ ਨਾ ਤਾਂ ਇਨਕਰੀਜ਼ ਹੋਏਗਾ ਤੇ ਨਾ ਹੀ ਕੀ ਹੋਏਗਾ ਡਿਕਰੀਜ਼ ਹੋਏਗਾ, ਮਤਲਬ ਜਿੰਨੇ ਵੇਰੀਏਬਲਸ ਫੈਕਟਰਸ ਇਨਕਰੀਜ਼ ਕਰ ਰਹੇ ਆ ਉਨੀ ਹੀ ਆਪਣੀ ਆਊਟਪੁੱਟ ਹੈ ਜਿਹੜੀ ਇਨਕਰੀਜ਼ ਹੋ ਰਹੀ ਹੈ, 19% ਆਊਟਪੁੱਟ ਇਨਕਰੀਜ਼ ਹੋ ਰਹੀ ਹੈ। ਦੈਟ ਇਜ਼ ਵਾਈ ਕਿ AC ਇਜ਼ ਇਕੁਅਲ ਟੂ ਕੀ ਹੋਏਗੀ MC ਹੋਏਗੀ, ਠੀਕ ਹੈ। ਐਵਰੇਜ ਕਾਸਟ ਮਾਰਜਨਲ ਕਾਸਟ ਦੇ ਇਕੁਅਲ ਹੋਏਗੀ ਤੇ ਆਪਣੀ ਜਿਹੜੀ ਕਾਸਟ ਕਰਵ ਹੈ ਉਹ ਐਕਸ ਐਕਸਿਸ ਦੇ ਪੈਰਲਲ ਹੋਏਗੀ, ਜੋ ਕਾਂਸਟੈਂਟ ਕਾਸਟ ਸਾਨੂੰ ਦਿਖਾ ਰਹੀ ਹੈ, ਠੀਕ ਹੈ। ਨੰਬਰ ਆਫ ਆਊਟਪੁੱਟ ਚਾਹੇ ਆਪਾਂ ਜਿੰਨੇ ਮਰਜ਼ੀ ਪ੍ਰੋਡਿਊਸ ਕਰੀਏ। ਐਂਡ ਦ ਨੈਕਸਟ ਇਜ਼ ਇੱਥੇ ਆਪਾਂ ਨੂੰ ਕੀ ਦਿਖਾਇਆ ਹੈ, ਡਿਫਰੈਂਟ ਕਰਵਸ ਦਿਖਾਈ ਗਈਆਂ ਨੇ, MC ਕਰਵ, ATC ਕਰਵ, ਠੀਕ ਹੈ, ਐਂਡ ABC ਕਰਵ ਐਂਡ AFC ਕਰਵ। ਤੇ ਆਪਾਂ ਇਹ ਕਰ ਚੁੱਕੇ ਹਾਂ। ਜਿਹੜੀ ਆਪਣੀ MC ਕਰਵ ਹੈ ਆਪਾਂ ਨੂੰ ਪਤਾ ਹੈ ਕਿ AC ਤੇ MC ਕਰਵਸ ਦੋਨੇ ਡਿਕਰੀਜ਼ ਹੋਣਗੀਆਂ, ਤੇ ਜਿਹੜੀ ਆਪਣੀ ATC ਕਰਵ ਹੈ ਦਿਸ ਇਜ਼ ਆ ਐਵਰੇਜ ਟੋਟਲ ਕਾਸਟ ਕਰਵ, ਜੋ ਕਿਸ ਨੂੰ ਮਿਲਾ ਕੇ ਬਣੀ ਹੈ, ਐਵਰੇਜ ਵੇਰੀਏਬਲ ਕਾਸਟ ਤੇ ਐਵਰੇਜ ਫਿਕਸ ਕਾਸਟ ਨੂੰ ਮਿਲਾ ਕੇ ਬਣੀ ਹੈ। ਇੱਥੇ OX ਤੇ ਆਪਣੀ ਸੇਮ ਆਊਟਪੁੱਟ ਲਿੱਤੀ ਹੋਈ ਹੈ, OY ਤੇ ਕਾਸਟ ਲਿੱਤੀ ਹੋਈ ਹੈ, AFC ਇਜ਼ ਦਾ ਐਵਰੇਜ ਫਿਕਸ ਕਾਸਟ, ABC is the average variable cost and MC is the marginal cost, AT is the average total cost। ਤਾਂ ਦੇਖੋ average total cost is the average cost ਤੇ MC is the marginal cost। ਤਾਂ same AC ਤੇ MC ਪਹਿਲਾਂ ਡਿਕਰੀਜ਼ ਹੋ ਰਹੇ ਨੇ ਤੇ ਜਿਹੜੀ MC ਆ ਉਹ AC ਨੂੰ ਮਿਡ ਪੁਆਇੰਟ ਤੋਂ ਕੀ ਕਰ ਰਹੀ ਹੈ, P1 ਤੋਂ ਕੱਟ ਕਰ ਰਹੀ ਹੈ, ਤੇ ਉਸ ਤੋਂ ਬਾਅਦ MC ਤੇ AC ਦੋਨੇ ਇਨਕਰੀਜ਼ ਹੋ ਰਹੇ ਨੇ ਤੇ MC AC ਤੋਂ ਜ਼ਿਆਦਾ ਇਨਕਰੀਜ਼ ਹੋ ਰਹੀ ਹੈ। ਮਾਰਜਨਲ ਕਾਸਟ ਐਵਰੇਜ ਕਾਸਟ ਤੋਂ ਜ਼ਿਆਦਾ ਇਨਕਰੀਜ਼ ਹੋ ਰਹੀ ਹੈ, ਪਹਿਲਾਂ ਜ਼ਿਆਦਾ ਡਾਊਨ ਹੈ। ਐਂਡ ਉਸ ਤੋਂ ਬਾਅਦ ਐਵਰੇਜ ਕਾਸਟ ਕੀ ਆਪਣੀ ਐਵਰੇਜ ਤੇ ਫਿਕਸ ਕਾਸਟ, ਐਵਰੇਜ ਫਿਕਸ ਕਾਸਟ ਰੈਕਟੈਂਗੂਲਰ ਹਾਈਪਰਬੋਲਾ ਹੈ, ਜੋ ਆਪਣੀ ਆਊਟਪੁੱਟ ਇਨਕਰੀਜ਼ ਹੋਣ ਦੇ ਨਾਲ ਨਾਲ ਆਪਣੀ ਜਿਹੜੀ ਕਾਸਟ ਉਸ ਦੇ ਵਿੱਚ ਡਿਕਰੀਜ਼ ਦਿਖਾ ਰਿਹਾ ਹੈ। ਤੇ ABC P ਪੁਆਇੰਟ ਤੋਂ ਬਾਅਦ P ਪੁਆਇੰਟ ਤੱਕ ਆਪਣੀ ਪਹਿਲਾਂ ਕੀ ਹੈ ਡਿਕਰੀਜ਼ ਹੋ ਰਹੀ ਹੈ, P ਪੁਆਇੰਟ ਤੋਂ ਬਾਅਦ ਉਹ ਇਨਕਰੀਜ਼ ਹੋਣਾ ਸਟਾਰਟ ਹੋਗੀ। ਤਾਂ ABC ਤੇ AFC ਦਾ ਪਲੱਸ ਦਿਸ ਇਜ਼ ਦਾ ATC, this is the relationship between the different curves। ਤੇ ਉਸ ਤੋਂ ਬਾਅਦ ਹੈ ਇਹ ਤਾਂ ਸੀਗਾ ਆਪਣਾ ਸ਼ਾਰਟ ਰਨ ਦੀ ਆਊਟਪੁੱਟ, ਕਿ ਸ਼ਾਰਟ ਰਨ ਦੇ ਥਰੂ ਆਪਾਂ ਸ਼ਾਰਟ ਪੀਰੀਅਡ ਦੇ ਵਿੱਚ ਆਪਣੀ ਜਿਹੜੀ ਕਾਸਟ ਐਨਾਲਾਈਸਿਸ ਹੈ ਉਹਨੂੰ ਕਿੱਦਾਂ ਕਰ ਸਕਦੇ ਹਾਂ। ਨਾਓ ਦਾ ਕਾਸਟ ਆਊਟਪੁੱਟ ਰਿਲੇਸ਼ਨਸ਼ਿਪ ਇਨ ਦਾ ਲੌਂਗ ਪੀਰੀਅਡ, ਕਿ ਲੌਂਗ ਪੀਰੀਅਡ ਦੇ ਵਿੱਚ ਜਿਹੜੀ ਸਾਡੀਆਂ ਕਾਸਟ ਕਰਵਸ ਨੇ ਉਹ ਕਿਸ ਤਰ੍ਹਾਂ ਦੀਆਂ ਹੋਣਗੀਆਂ। ਤਾਂ ਲੌਂਗ ਰਨ ਕਿਹੜਾ ਹੁੰਦਾ ਹੈ, ਸਭ ਤੋਂ ਪਹਿਲਾਂ ਇਹ ਦੇਖਣਾ ਜ਼ਰੂਰੀ ਹੈ। ਲੌਂਗ ਰਨ ਇਜ਼ ਦਾ ਪੀਰੀਅਡ ਆਫ ਟਾਈਮ ਇਨ ਵਿਚ ਆਲ ਇਨਪੁਟਸ ਆਰ ਵੇਰੀਏਬਲਸ। ਤੁਹਾਨੂੰ ਪਤਾ ਹੀ ਹੈ ਕਿ ਲੌਂਗ ਪੀਰੀਅਡ ਉਹ ਪੀਰੀਅਡ ਹੈ ਜਿਹਦੇ ਵਿੱਚ ਜਿਹੜੇ ਸਾਰੇ ਵੇਰੀਏਬਲਸ ਹੁੰਦੇ ਨੇ ਉਹ ਕਿ ਸਾਰੇ ਫੈਕਟਰਸ ਹੁੰਦੇ ਨੇ ਉਹ ਵੇਰੀਏਬਲਸ ਫੈਕਟਰਸ ਹੁੰਦੇ ਨੇ, ਪਰਿਵਰਤਨਸ਼ੀਲ ਹੁੰਦੇ ਨੇ, ਸਾਰਿਆਂ ਦੇ ਵਿੱਚ ਇਨਕਰੀਜ਼ ਕਰਕੇ ਆਪਾਂ ਆਪਣੀ ਜਿਹੜੀ ਆਊਟਪੁੱਟ ਹੈ ਉਹਨੂੰ ਇਨਕਰੀਜ਼ ਕਰ ਸਕਦੇ ਹਾਂ। ਕਹਿੰਦੇ ਅਦਰ ਵਰਡਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਅਨਦਰ ਆਸਪੈਕਟਸ ਆਫ ਲੌਂਗ ਰਨ ਇਟ ਇਜ਼ ਅ ਪਲੈਨਿੰਗ ਹੌਰੀਜ਼ਨ। ਕਹਿੰਦੇ ਆਪਾਂ ਪਲੈਨਿੰਗ ਕਰਕੇ ਚੱਲਦੇ ਹਾਂ। ਤਾਂ ਇਸ ਦੇ ਵਿੱਚ ਕਹਿੰਦੇ 3 ਟਾਈਪ ਆਫ ਕਾਸਟ ਹੋਏਗੀ, 3 ਕਨਸੈਪਟਸ ਆਫ ਕਾਸਟ ਹੋਣਗੇ। ਫਸਟ ਇਜ਼ ਦਾ ਲੌਂਗ ਰਨ ਟੋਟਲ ਕਾਸਟ ਕਰਵ, ਐਂਡ ਸੈਕੰਡ ਇਜ਼ ਦਾ ਲੌਂਗ ਰਨ ਐਵਰੇਜ ਕਾਸਟ, ਐਂਡ ਥਰਡ ਇਜ਼ ਦਾ ਲੌਂਗ ਰਨ ਮਾਰਜਨਲ ਕਾਸਟ। ਸੇਮ ਸ਼ਾਰਟ ਰਨ ਦੀ ਤਰ੍ਹਾਂ ਹੀ ਇਸ ਦੇ ਵਿੱਚ ਲੌਂਗ ਰਨ ਦੇ 3 ਕਾਸਟ ਦੇ 3 ਕਨਸੈਪਟਸ, ਲੌਂਗ ਰਨ ਮਾਰਜਨਲ ਕਾਸਟ, ਲੌਂਗ ਰਨ ਐਵਰੇਜ ਕਾਸਟ ਐਂਡ ਲੌਂਗ ਰਨ ਟੋਟਲ ਕਾਸਟ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਲੌਂਗ ਰਨ ਟੋਟਲ ਕਾਸਟ। ਲੌਂਗ ਰਨ ਟੋਟਲ ਕਾਸਟ ਕੀ ਹੈ, ਲੌਂਗ ਪੀਰੀਅਡ ਦੇ ਵਿੱਚ ਜਦੋਂ ਆਪਾਂ ਨੇ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ, ਦੈਟ ਇਜ਼ ਵਾਈ ਕੋਈ ਵੀ ਫੈਕਟਰ ਹੈ ਜਿਹੜਾ ਫੈਕਟਰ ਆਫ ਪ੍ਰੋਡਕਸ਼ਨ ਫਿਕਸ ਨਹੀਂ ਹੁੰਦਾ, ਜਿਵੇਂ ਕਿ ਲੈਂਡ, ਲੇਬਰ, ਕੈਪੀਟਲ, ਇਹ ਤਿੰਨੇ ਫੈਕਟਰਸ ਕੀ ਨੇ, ਵੇਰੀਏਬਲਸ ਫੈਕਟਰਸ ਨੇ। ਆਪਾਂ ਤਿੰਨਾਂ ਦੇ ਵਿੱਚ ਚੇਂਜ ਕਰਕੇ ਲੌਂਗ ਰਨ ਦੇ ਵਿੱਚ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹੁੰਦੇ ਹਾਂ। ਤਾਂ ਇਹਦਾ ਫਸਟ ਕਨਸੈਪਟ ਹੈ ਲੌਂਗ ਰਨ ਟੋਟਲ ਕਾਸਟ। ਹੁਣ ਲੌਂਗ ਰਨ ਟੋਟਲ ਕਾਸਟ ਕੀ ਹੋਏਗੀ, ਇਨ ਦਾ ਸ਼ਾਰਟ ਰਨ ਵੀ ਮੇ ਸਿਗਨੀਫਿਕੈਂਟ ਡਿਸਟਿੰਗੁਇਸ਼ 3 ਟੋਟਲ ਕਰਵਸ। ਕਹਿੰਦੇ ਜਿਵੇਂ ਕਿ ਸ਼ਾਰਟ ਰਨ ਦੇ ਵਿੱਚ ਆਪਾਂ ਨੇ ਦੇਖਿਆ ਸੀਗਾ 3 ਟੋਟਲ ਕਰਵਸ, ਜਿਵੇਂ ਕਿ ਟੋਟਲ ਫਿਕਸਡ ਕਾਸਟ, ਟੋਟਲ ਵੇਰੀਏਬਲ ਕਾਸਟ, ਤੇ ਉਹਨਾਂ ਦਾ ਪਲੱਸ ਇਜ਼ ਦਾ ਐਵਰੇਜ ਕਾਸਟ ਕਰਵ। ਕਹਿੰਦੇ ਇੱਥੇ ਕੀ ਆ, ਸਾਰੇ ਵੇਰੀਏਬਲਸ ਫੈਕਟਰਸ ਨੇ, ਤਦ ਇੱਥੇ ਕਹਿੰਦੇ ਕੋਈ ਇਦਾਂ ਦਾ ਨਹੀਂ ਹੋਏਗਾ। ਲੌਂਗ ਰਨ ਦੀ ਟੋਟਲ ਕਾਸਟ ਇਜ਼ ਦਾ ਮਿਨੀਮਮ ਕਾਸਟ ਐਟ ਵਿਚ ਈਚ ਲੈਵਲ ਆਫ ਆਊਟਪੁੱਟ ਕੈਨ ਬੀ ਪ੍ਰੋਡਿਊਸ। ਕਹਿੰਦੇ ਟੋਟਲ ਕਾਸਟ ਕਹਿੰਦੇ ਉਹ ਮਿਨੀਮਮ ਕਾਸਟ ਹੋਏਗੀ ਜਿੱਤੇ ਪ੍ਰੋਡਕਸ਼ਨ ਦਾ ਕੋਈ ਵੀ ਲੈਵਲ ਆ ਜਿਹੜਾ ਉਹ ਕੀ ਕੀਤਾ ਜਾ ਸਕਦਾ, ਪ੍ਰੋਡਿਊਸ ਕੀਤਾ ਜਾ ਸਕਦਾ ਹੈ। ਤਾਂ ਆਪਾਂ ਕਹਿ ਸਕਦੇ ਹਾਂ ਦਾ level of output there is a point on the cost curve indicates minimum short period cost. Long run cost is just the locus of all such points. The long run total cost production is the least possible cost of producing any given level of output
when all inputs are variable। ਕਹਿੰਦੇ ਜਦੋਂ ਸਾਰੇ inputs variables ਨੇ ਸਾਰਿਆਂ ਦੇ ਵਿੱਚ ਆਪਾਂ ਚੇਂਜ ਕਰਦੇ ਹਾਂ ਤਾਂ ਉਸ ਤੇ ਜੋ ਵੀ ਕਹਿੰਦੇ ਆਪਣੀ total cost ਆਏਗੀ that is called long run total cost। लॉन्ग रन टोटल कॉस्ट ਜਾਂ ਤਾਂ ਸ਼ਾਰਟ ਰਨ ਟੋਟਲ ਕਾਸਟ ਦੇ ਇਕੁਅਲ ਹੋਏਗੀ ਜਾਂ ਉਸ ਤੋਂ ਕੀ ਹੋਏਗੀ ਲੈਸ ਦੈਨ ਹੋਏਗੀ। ਤਾਂ ਡਿਫਰੈਂਟ ਜਿਹੜੀਆਂ ਆਪਣੀਆਂ ਸ਼ਾਰਟ ਰਨ ਕਰਵਸ ਨੇ ਉਹਨਾਂ ਨੂੰ ਮਿਲਾ ਕੇ ਜਿਹੜੀ ਲੌਂਗ ਰਨ ਹੈ ਟੋਟਲ ਕਾਸਟ ਬਣੇਗੀ। ਤਾਂ ਸ਼ਾਰਟ ਰਨ ਟੋਟਲ ਕਾਸਟ ਕਰਵਸ ਨੂੰ ਮਿਲਾ ਕੇ ਜਿਹੜੀ ਆਪਣੀ ਡਿਫਰੈਂਟ ਪਲਾਂਟ ਸਾਈਜ਼ ਨੇ ਜਿਹੜੇ ਆਪਣੇ ਸ਼ਾਰਟ ਰਨ ਦੇ ਵਿੱਚ ਹੁੰਦੇ ਨੇ ਤਾਂ ਉਹਨਾਂ ਦੀ ਟੋਟਲ ਕਾਸਟ ਨੂੰ ਮਿਲਾਵਾਂਗੇ ਜੁਆਇਨ ਕਰਾਂਗੇ ਤਾਂ ਲੋਐਸਟ ਪੁਆਇੰਟਸ ਨੂੰ ਜੋ ਕਹਿੰਦੇ ਆਪਣੇ LTC ਨਾਲ ਟੱਚ ਹੋਣਗੇ ਲੌਂਗ ਰਨ ਟੋਟਲ ਜਿਹੜੀ ਕਾਸਟ ਉਸ ਦੇ ਨਾਲ ਜਦੋਂ ਸ਼ਾਰਟ ਰਨ ਟੋਟਲ ਕਾਸਟ ਦੇ ਪੁਆਇੰਟਸ ਕਰਵਸ ਤੇ ਟੱਚ ਹੋਣਗੇ ਤਾਂ ਉੱਥੇ ਕੀ ਆ ਆਪਣੀ ਜਿਹੜੀ ਸ਼ਾਰਟ ਰਨ ਟੋਟਲ ਕਾਸਟ ਦੇ ਥਰੂ ਹੀ ਆਪਣੀ ਜਿਹੜੀ ਲੌਂਗ ਰਨ ਦੀ ਟੋਟਲ ਕਾਸਟ ਕਰਵ ਹੈ ਉਹ ਬਣੇਗੀ। ਤੇ ਇਸ ਤੋਂ ਬਾਅਦ LTC ਨੂੰ ਇਨਵੈਲਵ ਕਰਵ ਵੀ ਕਿਹਾ ਜਾਂਦਾ ਹੈ ਦਾ SRTC ਕਰਵ। ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਲੌਂਗ ਰਨ ਟੋਟਲ ਕਾਸਟ ਕਰਵ ਤਾਂ ਇੱਥੇ ਲੌਂਗ ਰਨ ਟੋਟਲ ਕਾਸਟ ਕਰਵਸ ਦਿਖਾਈ ਹੋਈਆਂ ਨੇ LTC1 LTC2 LTC3 ਤੇ ਜਿਹੜੀ ਲੌਂਗ ਰਨ ਦੀਆਂ ਇਹ 3 ਕਾਸਟ ਕਰਵਸ ਨੇ ਇਹਨਾਂ ਦੀ ਜਿਹੜੀ ਇਲਾਸਟਿਸਿਟੀ ਹੈ ਡਿਫਰੈਂਟ ਹੈ ਕਾਸਟ ਤੇ ਆਊਟਪੁੱਟ ਨੂੰ ਲੈ ਕੇ ਰਿਲੇਸ਼ਨ ਡਿਫਰੈਂਟ ਹੈ। ਕਹਿੰਦੇ ਜਿਹੜੀ LTC1 ਹੈ ਉਹ ਕੀ ਸ਼ੋ ਕਰ ਰਹੀ ਹੈ ਕਿ ਆਊਟਪੁੱਟ ਦੇ ਵਿੱਚ ਜਿੰਨਾ ਇਨਕਰੀਜ਼ ਹੋ ਰਿਹਾ ਉਹਦੇ ਨਾਲੋਂ ਕਾਸਟ ਜ਼ਿਆਦਾ ਹੈ ਮੀਨਸ ਇਨਪੁਟਸ ਦੇ ਨਾਲੋਂ ਆਊਟਪੁੱਟ ਘੱਟ ਨੇ ਤੇ ਕਾਸਟ ਜ਼ਿਆਦਾ ਹੈ। ठीक है आउटपुट थोड़ी सी इंक्रीज हुई है लेकिन ਉਹਦੇ कंपैरिजन कॉस्ट बहुत ज्यादा की होगी इंक्रीज होगी। मतलब ਇੱਥੇ किया डिमिनिशिंग रिटर्न टू अ स्केल एंड इंक्रीजिंग कॉस्ट वाला ਜਿਹੜਾ लॉ अप्लाई हो रहा है LTC1 ਤੇ एंड दूसरा ਜਿਹੜੀ LTC2 है LTC ਸਾਨੂੰ ਇਕੁਅਲ ਚੇਂਜ ਦੱਸਦੀ ਹੈ ਆਊਟਪੁੱਟ ਤੇ ਕਾਸਟ ਦੇ ਵਿੱਚ ਮੀਨਸ ਜਿੰਨੇ ਇਨਪੁਟਸ ਇਨਕਰੀਜ਼ ਕੀਤੇ ਉਨੀ ਸਾਡੀ ਆਊਟਪੁੱਟ ਇਨਕਰੀਜ਼ ਹੋ ਰਹੀ ਹੈ ਜਿੰਨੀ ਆਪਾਂ ਨੇ ਆਊਟਪੁੱਟ ਇਨਕਰੀਜ਼ ਕੀਤੀ ਉਨੀ ਹੀ ਸਾਡੀ ਕੀ ਹੋਏਗੀ ਕਾਸਟ ਇਨਕਰੀਜ਼ ਹੋਏਗੀ। LTC2 45 ਡਿਗਰੀ ਦੇ ਐਂਗਲ ਤੇ ਹੈ ਜੋ ਦੋਨਾਂ ਦੇ ਵਿੱਚ ਇਕੁਅਲ ਚੇਂਜ ਨੂੰ ਦਿਖਾ ਰਿਹਾ ਹੈ ਐਂਡ LTC ਸਾਡੀ ਹੈ ਜਿਹੜੀ LTC2 ਸਾਡੀ ਕਾਂਸਟੈਂਟ ਰਿਟਰਨਸ ਨੂੰ ਦਿਖਾ ਰਹੀ ਹੈ ਰਿਟਰਨ ਟੂ ਅ ਸਕੇਲ ਐਂਡ ਜਿਹੜੀ ਆਪਣੀ LTC3 ਹੈ ਇਹ ਆਪਣੇ ਜਿਹੜੇ ਹੈ ਡਿਮਿਨਿਸ਼ਿੰਗ ਰਿਟਰਨ ਟੂ ਇਨਕਰੀਜ਼ਿੰਗ ਰਿਟਰਨ ਟੂ ਅ ਸਕੇਲ ਦਿਖਾ ਰਹੀ ਹੈ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਊਟਪੁੱਟ ਬਹੁਤ ਜ਼ਿਆਦਾ ਇਨਕਰੀਜ਼ ਹੋ ਰਹੀ ਹੈ ਉਹਦੇ ਕੰਪੈਰੀਜ਼ਨ ਕਾਸਟ ਘੱਟ ਕੀ ਹੈ ਇਨਕਰੀਜ਼ ਹੋ ਰਹੀ ਹੈ। ਇੱਥੇ ਕਿੰਨੇ ਪ੍ਰੋਫਿਟ ਮਿਲ ਰਿਹਾ ਪ੍ਰੋਡਿਊਸਰਸ ਤੇ ਇੱਕ ਫਰਮ ਨੂੰ। ਥੀਸ ਆਰ ਦ 3 ਸ਼ੇਪਸ ਆਫ ਲੌਂਗ ਰਨ ਟੋਟਲ ਕਾਸਟ ਕਰਵ। ਇਹਨੂੰ ਆਪਾਂ ਇਨਵੈਲਵ ਕਰਵ ਵੀ ਕਹਿੰਦੇ ਆ ਐਂਡ ਉਸ ਤੋਂ ਬਾਅਦ ਹੈ ਆਪਣਾ ਲੌਂਗ ਰਨ ਐਵਰੇਜ ਕਾਸਟ ਕਰਵ। ਲੌਂਗ ਰਨ ਐਵਰੇਜ ਕਾਸਟ ਕਰਵ ਕਹਿੰਦੇ ਲੌਂਗ ਰਨ ਦੀ ਜਿਹੜੀ ਐਵਰੇਜ ਕਾਸਟ ਕਰਵ ਹੈ ਉਹਨੂੰ ਇਨਵੈਲਵ ਕਰਵ ਕਹਿੰਦੇ ਆ। ਲੌਂਗ ਰਨ ਐਵਰੇਜ ਕਾਸਟ ਕਰਵ ਰੈਫਰ ਟੂ ਮਿਨੀਮਮ ਪੋਸੀਬਲ ਪਰ ਯੂਨਿਟ ਕਾਸਟ ਆਫ ਪ੍ਰੋਡਿਊਸਿੰਗ ਡਿਫਰੈਂਟ ਕੁਆਂਟੀਟੀਜ਼ ਆਫ ਆਊਟਪੁੱਟ ਇਨ ਦਾ ਲੌਂਗ ਪੀਰੀਅਡ। ਕਹਿੰਦੇ ਲੌਂਗ ਰਨ ਐਵਰੇਜ ਕਾਸਟ ਕਰਵ ਸਾਨੂੰ ਰੈਫਰ ਕਰਦੀ ਹੈ ਮਿਨੀਮਮ ਪੋਸੀਬਲ ਪਰ ਯੂਨਿਟ ਕਾਸਟ ਆਫ ਪ੍ਰੋਡਿਊਸਿੰਗ ਡਿਫਰੈਂਟ ਕੁਆਂਟੀਟੀਜ਼ ਆਫ output in the long period। different quantities show करना short run ਦੀ average cost ਦੇ through ਜਿੱਥੇ small ਜਿਹੜੇ plants ਨੇ ਉਹ use ਕੀਤੇ ਜਾਂਦੇ ਨੇ for the productions ਤੇ ਉਹਨਾਂ ਨੂੰ ਮਿਲਾ ਕੇ ਜਿਹੜੀ ਆਪਣੀ long run ਦੀ average cost ਕਬ ਹੈ ਉਹ ਬਣੇਗੀ। ਕਹਿੰਦੇ ਇਹਨੂੰ ਡਿਟਰਮੀਨੈਂਟ ਕੀਤਾ ਜਾਂਦਾ ਹੈ by dividing long run total cost curve by quantity of output and produced. It is the lowest average cost attainable when all inputs are variable when any plant size can be construct। long run ਦੇ ਵਿੱਚ ਦੇਖੋ ਸਾਰੇ ਜਿਹੜੇ ਆਪਣੇ ਫੈਕਟਰਸ ਹੁੰਦੇ ਨੇ ਉਹ ਵੇਰੀਏਬਲ ਹੁੰਦੇ ਨੇ ਆਪਾਂ ਸਭ ਦੇ ਵਿੱਚ ਚੇਂਜ ਕਰ ਸਕਦੇ ਹਾਂ। ਤਦ ਕਹਿੰਦੇ ਆਪਾਂ ਲੌਂਗ ਰਨ ਦੇ ਵਿੱਚ ਕੀ ਕਰਦੇ ਹਾਂ ਜਿਹੜੇ ਆਪਣੇ ਪਲਾਂਟਸ ਹੁੰਦੇ ਨੇ ਸਾਈਜ਼ ਹੁੰਦੇ ਨੇ ਉਹਨਾਂ ਨੂੰ ਆਪਾਂ ਇਨਕਰੀਜ਼ ਕਰਦੇ ਹਾਂ। ठीक है तद आप कह सकते हैं कि इट इज डिटरमिन्ड बाय द कहते इन द लॉन्ग पीरियड ईच फर्म कैन मेक यूज ऑफ डिफरेंट साइज ऑफ प्लांट। कहते लॉन्ग रन ਦੇ ਵਿੱਚ ਹਰ ਇੱਕ ਜਿਹੜੀ ਫਰਮ ਹੈ ਇਹ ਡਿਫਰੈਂਟ ਸਮਾਲ ਜਿਹੜੇ ਸਾਈਜ਼ ਆਫ ਪਲਾਂਟਸ ਨੇ ਉਹਨਾਂ ਨੂੰ ਯੂਜ਼ ਕਰਦੇ ਨੇ ਤੇ ਉਹਨਾਂ ਤੇ ਵੀ ਕਾਸਟ ਆਉਂਦੀ ਹੈ। ਸਪੈਸ਼ਲ ਸਾਈਜ਼ਡ ਪਲਾਂਟਸ ਐਪਰੀਸ਼ੀਏਟ ਕੀਤਾ ਜਾਂਦਾ ਹੈ। ਇਫ ਸੱਚ ਅ ਪਲਾਂਟ ਇਜ਼ ਪੁੱਟ ਟੂ ਆਪਰੇਸ਼ਨਸ goods will be product at lowest average cost. Each plant has its short run average cost curve। कहते हरेक plant ਉਹਦੀ short run average cost curve ਹੁੰਦੀ ਹੈ which whose help can be estimate long run average cost curve। ਜਿਹਦੇ ਤੋਂ ਆਪਾਂ long run ਦੀ ਜਿਹੜੀ average cost curve ਉਹਦਾ estimate ਲਗਾ ਸਕਦੇ ਹਾਂ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ long run ਦੀ average cost curve supposing a firm can make use of
मैनी प्लांट्स, मैनी टाइप्स ऑफ प्लांट्स। मान लो कि एक ਜਿਹੜੀ ਫਰਮ ਹੈ ਉਹ ਮੈਨੀ ਟਾਈਪਸ ਆਫ ਪਲਾਂਟਸ ਨੇ ਜਿਹੜੇ ਉਹ ਸੈਟਅਪ ਕਰ ਰਹੀ ਹੈ। ਵਨ ਇਜ਼ ਦਾ ਸਮਾਲ ਪਲਾਂਟ, ਕਹਿੰਦੇ ਸਾਰੇ ਜਿਹੜੇ ਪਲਾਂਟਸ ਨੇ ਉਹ ਸਮਾਲ ਨੇ। ਐਵਰੇਜ ਕਾਸਟ ਕਰਵ ਇਜ਼ ਜਿਵੇਂ ਕਿ SC0, SC1, SC2, SC3, SC4। ਇੱਥੇ ਕਹਿੰਦੇ ਨੇ ਕੀ ਹੈ ਟੋਟਲ 5 ਜਿਹੜੇ ਸਮਾਲ ਪਲਾਂਟਸ ਨੇ ਸ਼ਾਰਟ ਰਨ ਦੇ ਵਿੱਚ ਉਹ ਲਿੱਤੇ ਹੋਏ ਨੇ ਜੋ ਐਵਰੇਜ ਕਾਸਟ ਨੂੰ ਦਿਖਾ ਰਹੇ ਨੇ। SAC0, SAC1, SAC2 ਸ਼ਾਰਟ ਰਨ ਦੀ ਐਵਰੇਜ ਕਾਸਟ ਥਰਡ ਪਲਾਂਟ ਦੀ ਐਂਡ ਸ਼ਾਰਟ ਰਨ ਦੀ ਐਵਰੇਜ ਕਾਸਟ ਫੋਰਥ ਪਲਾਂਟ ਦੀ। ਕਹਿੰਦੇ ਸ਼ਾਰਟ ਰਨ ਐਵਰੇਜ ਕਾਸਟ ਕਹਿੰਦੇ ਇੱਥੇ ਡਿਫਾਈਨ ਕਰ ਰਹੀ ਹੈ ਡਿਫਰੈਂਟ ਕੁਆਂਟੀਟੀਜ਼ ਨੂੰ ਜੋ ਕਹਿੰਦੇ ਲੌਂਗ ਰਨ ਦੇ ਵਿੱਚ ਕੀ ਕੀਤੀਆਂ ਜਾਂਦੀਆਂ ਨੇ, ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ। ਕਹਿੰਦੇ ਲੌਂਗ ਰਨ ਇਜ਼ ਦਾ ਲੌਂਗ ਟਾਈਮ ਪੀਰੀਅਡ ਜਿਹਦੇ ਵਿੱਚ ਆਪਾਂ ਸਮਾਲ ਪਲਾਂਟਸ ਨੂੰ ਯੂਜ਼ ਕਰਕੇ ਆਪਟੀਮਮ ਯੂਜ਼ ਕਰਦੇ ਹਾਂ ਉਹਨਾਂ ਦੇ ਥਰੂ ਕੀ ਆ ਪ੍ਰੋਡਕਸ਼ਨਸ ਕਰਦੇ ਆ ਜਿੱਥੇ ਤੱਕ ਕਹਿੰਦੇ ਆਪਣੀ ਜਿਹੜੀ ਸ਼ਾਰਟ ਰਨ ਦੀ ਐਵਰੇਜ ਕਾਸਟ ਆ ਉਹ ਮਿਨੀਮਮ ਹੁੰਦੀ ਆ। ਅਗਰ ਜਿੱਥੇ ਸ਼ਾਰਟ ਰਨ ਦੀ ਜਿਹੜੀ ਐਵਰੇਜ ਕਾਸਟ ਆ ਜੋ ਸਮਾਲ ਪਲਾਂਟ ਤੇ ਆ ਰਹੀ ਹੈ ਇਨਕਰੀਜ਼ ਹੋਣਾ ਸਟਾਰਟ ਹੋ ਜਾਂਦੀ ਤਾਂ ਉੱਥੋਂ ਆਪਾਂ ਇੱਕ ਨਿਊ ਪਲਾਂਟ ਸੈਟਅਪ ਕਰਦੇ ਹਾਂ। ਉਹਦਾ ਸਾਈਜ਼ ਜਾਂ ਆਪਣਾ ਲੈਂਡ ਆ ਜੋ ਬਿਲਡਿੰਗ ਆ ਜੋ ਉਹਨੂੰ ਕੀ ਹੈ ਇਨਕਰੀਜ਼ ਕਰ ਸਕਦੇ ਆ। ਨਿਊ ਪਲਾਂਟ ਸੈਟਅਪ ਕਰਦੇ ਉਹਦੀ ਜਗ੍ਹਾ ਤੇ ਕਿਉਂਕਿ ਉਹਦੇ ਉੱਤੇ ਪ੍ਰੋਡਕਸ਼ਨ ਕਰਨ ਦੀ ਬਜਾਏ ਅਗਰ ਨਿਊ ਪਲਾਂਟ ਲਗਾਵਾਂਗੇ ਤਾਂ ਉਹਦੇ ਪ੍ਰੋਡਕਸ਼ਨਸ ਜ਼ਿਆਦਾ ਲੋ ਕਾਸਟ ਤੇ ਹੋਏਗੀ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਲੌਂਗ ਰਨ ਦੀ ਐਵਰੇਜ ਕਾਸਟ ਕਰਵ ਉਹ ਐਕਸ ਅਕਸ ਤੇ ਆਊਟਪੁੱਟ ਦਿਖਾਈ ਹੋਈ ਹੈ, ਉਹ ਵਾਈ ਤੇ ਆਪਾਂ ਨੂੰ ਕਾਸਟ ਦਿਖਾਈ ਹੋਈ ਹੈ। LAC ਇਜ਼ ਦਾ ਲੌਂਗ ਰਨ ਐਵਰੇਜ ਕਾਸਟ ਤੇ ਇਸ ਕਿਸ ਦੇ ਦੁਆਰਾ ਬਣੀ ਹੈ ਮੈਨੇ ਜਿਹੜੇ ਸਮਾਲ ਪਲਾਂਟਸ ਨੇ ਸ਼ਾਰਟ ਰਨ ਦੇ ਵਿੱਚ ਯੂਜ਼ ਕੀਤੇ ਜਾ ਰਹੇ ਨੇ ਫॉर ਦਾ ਪ੍ਰੋਡਕਸ਼ਨਸ ਉਹਨਾਂ ਨੂੰ ਮਿਲਾ ਕੇ ਬਣੀ ਹੈ। ਤਾਂ ਜਿਹੜੇ ਸ਼ਾਰਟ ਰਨ ਦੇ ਜਿਹੜੇ ਐਵਰੇਜ ਕਾਸਟ ਕਰਵ ਹੈ ਪਲਾਂਟਸ ਦੀ ਉਹ ਟੱਚ ਕਰ ਰਹੀ ਹੈ ਕਿਹਨੂੰ ਲੌਂਗ ਰਨ ਦੀ ਐਵਰੇਜ ਕਾਸਟ ਕਰਵ ਨੂੰ। ਹੁਣ ਤੁਸੀਂ ਫਰਸਟ ਪਲਾਂਟ ਦੇਖ ਸਕਦੇ ਹੋ, ਫਰਸਟ ਸਮਾਲ ਪਲਾਂਟ ਇਜ਼ ਦਾ ਜਿਹੜਾ ਹੈ SAC0 ਨੂੰ ਦੱਸ ਰਿਹਾ ਸ਼ਾਰਟ ਰਨ ਐਵਰੇਜ ਕਾਸਟ ਜਿੱਥੇ ਕੀ ਹੈ SAC0 ਹੈ। ਕਹਿੰਦੇ ਇਹ ਕੀ ਦਿਖਾ ਰਿਹਾ ਹੈ ਕਿ ਪਹਿਲਾਂ ਆਪਣੀ ਜਿਹੜੀ ਸਮਾਲ ਪਲਾਂਟ ਤੇ ਪ੍ਰੋਡਕਸ਼ਨ ਥਰੂ ਪ੍ਰੋਡਕਸ਼ਨ ਹੋ ਰਹੀ ਹੈ ਉਹ ਮੇਰੀ ਘਟ ਰਹੀ ਹੈ, ਠੀਕ ਹੈ K ਪੁਆਇੰਟ ਤੱਕ ਤੇ K ਪੁਆਇੰਟ ਤੋਂ ਬਾਅਦ ਮੇਰੀ ਕੀ ਹੋ ਰਹੀ ਹੈ ਇਨਕਰੀਜ਼ ਹੋ ਰਹੀ ਹੈ। ਤਦ ਕਹਿੰਦੇ ਇਸ ਸਮਾਲ ਪਲਾਂਟ ਦੇ ਵਿੱਚ ਕਹਿੰਦੇ ਕੋਈ ਵੀ ਜਿਹੜਾ ਪ੍ਰੋਡਿਊਸਰ ਉਹ ਕਿੱਥੇ ਤੱਕ ਪ੍ਰੋਡਕਸ਼ਨ ਕਰੇਗਾ ਓਨਲੀ K ਪੁਆਇੰਟ ਤੱਕ ਕਰੇਗਾ। K ਇਜ਼ ਦਾ ਉਹ ਪੁਆਇੰਟ ਆ ਕਿ ਜਿੱਥੇ ਕਹਿੰਦੇ ਆਪਣੀ ਮਿਨੀਮਮ ਕਾਸਟ ਹੈ, ਮਿਨੀਮਮ ਐਵਰੇਜ ਕਾਸਟ ਹੈ, ਠੀਕ ਹੈ। ਤਾਂ ਇੱਥੇ ਪ੍ਰੋਡਕਸ਼ਨ ਕਿੰਨੀ ਹੋ ਰਹੀ ਹੈ X0 ਹੋ ਰਹੀ ਹੈ। ਉਸ ਤੋਂ ਬਾਅਦ ਕਹਿੰਦੇ ਉਹ ਜਿਹੜੀ ਪ੍ਰੋਡਕਸ਼ਨ ਹੈ ਉਹ ਇਨਕਰੀਜ਼ ਕਰਨ ਦੇ ਲਈ ਨਿਊ ਪਲਾਂਟ ਸੈਟਅਪ ਕਰੇਗਾ ਕਿਉਂਕਿ ਅਗਰ ਉਹ ਜਿਹੜਾ ਹੈ SAC0 ਤੇ ਉੱਪਰ ਮਤਲਬ ਉਹੀ ਪਲਾਂਟ ਤੇ ਸੇਮ SAC0 ਵਾਲੇ ਤੇ ਕਰਦਾ ਰਿਹਾ ਪ੍ਰੋਡਕਸ਼ਨ ਤਾਂ ਜਿਹੜੀ ਐਵਰੇਜ ਕਾਸਟ ਹੈ ਉਹ ਇਨਕਰੀਜ਼ ਹੋ ਜਾਏਗੀ। ਐਂਡ ਉਸਨੇ ਨਿਊ ਪਲਾਂਟ ਸੈਟਅਪ ਕੀਤਾ ਉਸ ਤੇ ਜਿਹੜੀ ਐਵਰੇਜ ਕਾਸਟ ਹੈ ਉਹ ਕਿੰਨੀ ਆ ਰਹੀ ਹੈ SAC1 ਤੇ ਉਸਦਾ ਮਿਨੀਮਮ ਜਿਹੜਾ ਪੁਆਇੰਟ ਕਿੱਥੇ ਹੈ ਜਿਹੜਾ ਆਪਣਾ ਲੌਂਗ ਰਨ ਦੀ ਐਵਰੇਜ ਕਾਸਟ ਨੂੰ ਟੱਚ ਕਰ ਰਿਹਾ ਦੈਟ ਇਜ਼ ਦਾ L। ਤਾਂ L ਪੁਆਇੰਟ ਤੱਕ ਜਿਹੜੀ ਉਹ ਆਪਣੀ ਪ੍ਰੋਡਕਸ਼ਨ ਉਹਨੂੰ ਕਰ ਸਕਦੇ ਨੇ ਤੇ L ਪੁਆਇੰਟ ਤੋਂ ਬਾਅਦ ਉਹਨਾਂ ਦੀ ਐਵਰੇਜ ਕਾਸਟ ਇਨਕਰੀਜ਼ ਹੋ ਰਹੀ ਹੈ ਸੈਕਿੰਡ ਪਲਾਂਟ ਦੀ। ਤਾਂ ਇਸ ਦੇ ਕੰਪੈਰੀਜ਼ਨ ਉਹ ਕੀ ਕਰੇਗਾ ਇੱਕ ਨਿਊ ਪਲਾਂਟ ਸੈਟਅਪ ਕਰੇਗਾ ਤੇ ਉਹਦੇ ਥਰੂ ਪ੍ਰੋਡਕਸ਼ਨ ਕਰੇਗਾ, ਠੀਕ ਹੈ, ਜਿਹਦੇ ਥਰੂ ਉਹਦੀ ਪ੍ਰੋਡਕਸ਼ਨ ਵੀ ਇਨਕਰੀਜ਼ ਹੋਏਗੀ ਤੇ ਕਾਸਟ ਵੀ ਕਰੇਗੀ। ਤਾਂ ਇੱਥੇ ਉਹਦੀ SAC1 ਦੇ ਥਰੂ ਜਿਹੜੀ ਪ੍ਰੋਡਕਸ਼ਨ ਹੈ ਉਹ X1 ਹੋ ਰਹੀ ਹੈ। ਫਿਰ ਇੱਕ ਨਿਊ ਪਲਾਂਟ ਸੈਟਅਪ ਕੀਤਾ M ਪੁਆਇੰਟ ਤੇ ਤੁਸੀਂ ਦੇਖ ਸਕਦੇ ਹੋ M ਪੁਆਇੰਟ ਇਜ਼ ਦਾ ਮਿਨੀਮਮ ਪੁਆਇੰਟ ਜਿੱਥੇ ਪ੍ਰੋਡਕਸ਼ਨ ਸਭ ਤੋਂ ਜ਼ਿਆਦਾ ਹੋ ਰਹੀ ਹੈ। X2 ਪ੍ਰੋਡਕਸ਼ਨ ਹੋ ਰਹੀ ਹੈ, ਜ਼ਿਆਦਾ ਤਾਂ ਨਹੀਂ ਹੋ ਰਹੀ ਲੇਕਿਨ M ਬਾਕੀ ਦੇ ਕੰਪੈਰੀਜ਼ਨ ਜ਼ਿਆਦਾ ਹੋ ਰਹੀ ਹੈ। ਤਾਂ ਇੱਥੇ ਜਿਹੜੀ ਆਪਣੀ ਲੌਂਗ ਰਨ ਦੀ ਐਵਰੇਜ ਕਾਸਟ ਹੈ ਉਹ ਮਿਨੀਮਮ ਹੈ ਤੇ ਸ਼ਾਰਟ ਰਨ ਦੀ ਜਿਹੜੀ ਐਵਰੇਜ ਕਾਸਟ ਹੈ SAC2 ਹੈ। ਉਸ ਤੋਂ ਬਾਅਦ ਇੱਕ ਨਿਊ ਪਲਾਂਟ ਸੈਟਅਪ ਕਿਉਂਕਿ ਅਗਰ M ਪੁਆਇੰਟ ਤੋਂ ਬਾਅਦ ਮੈਂ ਸੇਮ SA2 ਦੇ ਜਿਹੜੀ ਹੈ ਪ੍ਰੋਡਕਸ਼ਨ ਕਰਾਂਗਾ ਤਾਂ ਮੇਰੀ ਐਵਰੇਜ ਕਾਸਟ ਇਨਕਰੀਜ਼ ਹੋਏਗੀ। ਤੇ ਉਸ ਤੋਂ ਬਾਅਦ ਕੀ ਹੈ SAC3 ਐਵਰੇਜ ਕਾਸਟ ਵਾਲਾ ਪਲਾਂਟ ਵੀ ਸੈਟਅਪ ਕੀਤਾ ਜਿਸ ਤੇ ਮੈਂ ਪ੍ਰੋਡਕਸ਼ਨ ਕਿੱਥੇ ਕਰ ਰਿਹਾ ਉਸ ਦੇ ਮਿਨੀਮਮ ਪੁਆਇੰਟ ਤੇ N ਪੁਆਇੰਟ ਤੱਕ। N ਪੁਆਇੰਟ ਤੇ ਜਿਹੜੀ ਹੈ ਪ੍ਰੋਡਕਸ਼ਨ ਉਹ X3 ਹੈ ਤੇ ਉਸ ਤੋਂ ਬਾਅਦ ਫਿਰ ਅਗਰ ਮੈਂ ਉਹੀ ਪੁਆਇੰਟ ਤੇ ਪ੍ਰੋਡਕਸ਼ਨ ਕਰਾਂਗਾ ਤਾਂ ਮੇਰੀ ਜਿਹੜੀ ਹੈ ਕਾਸਟ ਇਨਕਰੀਜ਼ ਹੋਣ ਲੱਗ ਜਾਏਗੀ। ਤਾਂ ਉਸ ਦੇ ਕੰਪੈਰੀਜ਼ਨ ਮੈਂ ਇੱਕ ਨਿਊ ਪਲਾਂਟ ਹੋਰ ਸੈਟਅਪ ਕਰੇਗਾ ਜਿਸ ਤੇ ਕਾਸਟ ਹੈਗੀ SAC4, ਠੀਕ ਹੈ, ਸ਼ਾਰਟ ਰਨ ਐਵਰੇਜ ਕਾਸਟ ਫੋਰਥ ਪਲਾਂਟ ਦੀ। ਤਾਂ ਦਿਸ ਇਜ਼ ਦਾ ਸ਼ਾਰਟ ਰਨ ਐਵਰੇਜ ਕਾਸਟ ਕਰਵਸ ਜਿਨ੍ਹਾਂ ਨੂੰ ਮਿਲਾ ਕੇ ਹੀ ਜਿਹੜਾ ਆਪਣਾ ਲੌਂਗ ਰਨ ਐਵਰੇਜ ਕਾਸਟ ਕਰਵ ਹੈ ਜਿਹੜੀ ਉਹ ਬਣਦੀ ਆ। ਦਿਸ ਇਜ਼ ਦਾ ਇਨਵੈਲ ਕਰਵ। ਕਹਿੰਦੇ ਲੌਂਗ ਰਨ ਦੀ ਐਵਰੇਜ ਕਾਸਟ M ਪੁਆਇੰਟ ਤੇ ਮਿਨੀਮਮ ਹੈ ਜਿੱਥੇ ਉਹ ਟੈਂਜੈਂਟ ਕਰ ਰਹੀ ਹੈ SAC2 ਪੁਆਇੰਟ ਨੂੰ। ਕਹਿੰਦੇ ਤਦ ਆਪਾਂ ਕਹਿ ਸਕਦੇ ਹਾਂ the lowest point on each SAC curves however may not be the point of tangency with the LAC curve. The lowest point on an SAC curve is tangent to the LAC curve only at the lowest point of LAC curve. It is therefore
at M point alone the optimum use of being made by the short run plan कहते optimum use of resources कितने हो रहे हैं M point ਤੇ ਹੋ ਰਿਹਾ क्योंकि ਜਿਹੜੀ M point ਆ ਉੱਥੇ long run ਦੀ average cost ਹੈ ਜਿਹੜੀ ਉਹ minimum ਆ ਉੱਥੇ X2 production ਹੋ ਰਹੀ ਹੈ ਜਿਵੇਂ ਜਿਵੇਂ ਆਪਾਂ अपना ਜਿਹੜਾ plant setup करते जा रहे हैं X3 and X4 जितने production हो रही है ਉੱਥੇ मेरी long run ਦੀ average cost की हो रही है increase हो रही है left side ਜਿਹੜੀਆਂ short run average cost curves ਨੇ ਉਹ ਸਾਨੂੰ less cost ਦੇ ਬਾਰੇ ਦੱਸ ਰਹੀਆਂ ਨੇ राइट साइड ਤੇ जो short run average cost curves ਨੇ ਉਹ ਸਾਨੂੰ increase in cost curve ਦੱਸ ਰਹੀਆਂ ਨੇ ਕਹਿੰਦੇ ਇਸ curve ਨੂੰ different ਜਿਹੜੇ names ਦੇ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ envelope curve it is also known as envelope curve because it includes all the short run average cost curves it implies the average cost in the long run cannot exceed short run average cost and planning curve है long run average cost curve is also called planning curve with the help of this curve a firm can plan as to which plant it should to produce different quantities of output and why LAC curve is U shaped long run the average curve है ਜਿਹੜੀ ਉਹ U shaped ਜੀ ਕਿਉਂ ਹੁੰਦੀ ਹੈ ਕਹਿੰਦੇ long run average curve cost is like English letter U when a firm begins productions its LAC curve slopes downward it is as the production increases long run average cost goes on falling कहते first जो LAC अपनी डिक्रीज होने लगती है क्योंकि इंक्रीजिंग रिटर्न्स आते हैं इंक्रीजिंग रिटर्न टू स्केल सारे प्रोडक्शन से जो आप चेंज करते हैं इनपुट्स के नालों अपनी आउटपुट की होती है ज़्यादा होती है तो कहते डिमिनिशिंग कॉस्ट रिटर्न अप्लाई होता तद करके जी अपनी AC है पहला वो फॉल होती है एंड उस तो बाद किया अपनी LAC मिनिमम पॉइंट पे आया जाएगी जिथे किया अपनी जड़ी है कॉस्ट वो एवरेज कॉस्ट लॉन्ग रन दी वो मिनिमम होंदी है ठीक है इतने कॉन्स्टेंट रिटर्न टू स्केल होंदे ने एंड उस तो बाद की होंदा है अपनी जड़ी है लॉन्ग रन दी एवरेज कॉस्ट वो इंक्रीज होना स्टार्ट हो जाएगी जिथे कहते कि लॉ अप्लाई होंदा है लॉ ऑफ decreasing returns and increasing cost to scales ठीक है diminishing return to scale वाला लॉ अप्लाई ਹੁੰਦਾ ਹੈ ਜਿੱਥੇ LC curve ਹੈ ਜਿਹੜੀ ਉਹ ਕੀ ਹੈ ਇਨਕਰੀਜ਼ ਹੋਣਾ ਸਟਾਰਟ ਹੋ ਸਕਦੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਜਿੱਥੇ Q3 ਕੁਆਂਟੀਟੀ ਪ੍ਰੋਡਿਊਸ ਹੋ ਰਹੀ ਹੈ ਉੱਥੇ ਜਿਹੜੀ ਲੌਂਗ ਰਨ ਦੀ ਐਵਰੇਜ ਕਾਸਟ ਕਰਵ ਹੈ ਉਹ ਮਿਨੀਮਮ ਹੈ ਐਂਡ ਉਸ ਤੋਂ ਬਾਅਦ ਜਿਹੜੀ LAC ਉਹ ਇਨਕਰੀਜ਼ ਹੋ ਰਹੀ ਹੈ ਐਂਡ ਜਿਹੜੀ ਆਪਣੀ SAC ਤੁਸੀਂ ਦੇਖ ਸਕਦੇ ਹੋ ਇੱਥੇ ਸ਼ਾਰਟ ਰਨ ਦੀ ਐਵਰੇਜ ਕਾਸਟ ਕਰਵ C1 ਹੈ ਤੇ SAC2 ਹੈ ਤੇ SAC3 ਹੈ ਲੌਂਗ ਰਨ ਦੇ ਵਿੱਚ ਡਿਫਰੈਂਟ 3 ਸਮਾਲ ਪਲਾਂਟਸ ਨੇ ਜਿਹੜੇ ਉਹ ਦਿਖਾ ਰਹੀ ਹੈ ਜਿੱਥੇ ਕਦੇ ਸਮਾਲ ਪਲਾਂਟਸ ਦੇ ਵਿੱਚ ਕੀ ਆ ਪ੍ਰੋਡਕਸ਼ਨ ਕੀਤੀ ਜਾ ਰਹੀ ਹੈ ਤੇ ਇਹਨਾਂ ਦੀ ਐਵਰੇਜ ਕਾਸਟ ਦਿਖਾਈ ਜਾ ਰਹੀ ਹੈ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਅਗਰ ਆਪਾਂ A ਕੁਆਂਟੀਟੀ ਪ੍ਰੋਡਿਊਸ ਕਰਨੀ ਆ ਤਾਂ ਆਪਣੀ ਸ਼ਾਰਟ ਰਨ ਦੀ ਐਵਰੇਜ ਕਾਸਟ ਤੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਆਪਣੀ A पॉइंट है जिथे ए प्रोडक्शन है उत्थे एवरेज कॉस्ट है जी मिनिमम है एंड उस तो बाद जो आप Q2 प्रोड्यूस करते हैं तो उत्थे जी कॉस्ट है इंक्रीज हो रही है तो उसकी बजाय SAC1 ते प्रोड्यूस करने की बजाय असं न्यू प्लांट सैटअप करांगे तो जिहदे थ्रू साडी प्रोडक्शन भी इंक्रीज होएगी तो साडी कॉस्ट भी की होएगी डिक्रीज होएगी तो Q3 क्वांटिटी जिथे प्रोड्यूस हो रही है उत्थे तक साडी जिहड़ी कॉस्ट है वो घट रही है उस तो बाद जिहड़ी साडी कॉस्ट है वो की हो रही है जिवें जिवें प्रोडक्शन इंक्रीज करदे हैं कॉस्ट साडी बदलनी स्टार्ट हो रही है कहते हैं यू शेप दी क्यों हुंदी है अपनी जिहड़ी लॉन्ग रन दी एवरेज कॉस्ट कम होंगी है फर्स्ट इज कहते इकनॉमिक्स ऑफ स्केल कहते इंक्रीजिंग रिटर्न टू अ स्केल जिहड़ा है अप्लाई होंदा है क्योंकि इकनॉमिक्स ऑफ स्केल होंदा है मींस कहते मेन कॉजेस ऑफ द फॉलोइंग LAC कर्व इज द इकनॉमिक्स ऑफ स्केल दैट अकर्स व्हेन प्रोडक्शन इज इंक्रीज्ड कहते जो प्रोडक्शन इंक्रीज होंदी है ਇਹਦੇ ਕਈ ਰੀਜ਼ਨਸ ਹੋ ਸਕਦੇ ਨੇ ਜਿਵੇਂ ਕਿ ਡਿਵੀਜ਼ਨ ਐਂਡ ਸਪੈਸ਼ਲਾਈਜੇਸ਼ਨ ਆਫ ਲੇਬਰ ਕਹਿੰਦੇ ਲੈਫਟ ਵਿੱਚ ਨੇ ਦੱਸਿਆ ਹੈ ਕਿ ਲੇਬਰ ਜਿਹੜੀ ਹੈਗੀ ਆ ਉਹ ਵਰਕਿੰਗ ਕਰਦੀ ਆ working in a big plant had comparatively more opportunity of the specializations. Owning the large scale productions work can divide into different processes and sub process. ਕਹਿੰਦੇ ਜਦੋਂ long period ਦੇ ਵਿੱਚ ਕੰਮ ਕੀਤਾ ਜਾਂਦਾ ਹੈ large scale industries ਦੇ ਵਿੱਚ work ਕੀਤਾ ਜਾਂਦਾ ਹੈ ਤਾਂ ਕਹਿੰਦੇ ਜਿਹੜਾ ਆਪਣਾ work ਹੈ ਉਹਨੂੰ divide ਕੀਤਾ ਜਾਂਦਾ ਹੈ labor ਦੇ ਵਿੱਚ ਤਾਂ division of labor ਕੀਤੀ ਜਾਂਦੀ ਹੈ works ਦੇ ਥਰੂ ਠੀਕ ਹੈ ਤਾਂ ਜਿਹੜੀ ਡਿਵੀਜ਼ਨ ਆਫ ਲੇਬਰ ਕਰਤੀ ਜਦੋਂ ਲੇਬਰ ਦੇ ਵਿੱਚ ਵਰਕ ਦੀ ਡਿਵੀਜ਼ਨ ਕਰਤੀ ਤਾਂ ਜਿਹੜੀ ਆਪਣੀ ਲੇਬਰ ਹੋਏਗੀ ਉਹ ਹਰ ਇੱਕ ਕੰਮ ਦੇ ਵਿੱਚ ਪਰਫੈਕਟ ਹੋਏਗੀ ਕਿਉਂਕਿ ਉਹਨੇ ਇੱਕੋ ਕੰਮ ਬਾਰ-ਬਾਰ ਕਰਨਾ ਹੈ ਉਹ ਉਹਨਾਂ ਦੇ ਹਿੱਸੇ ਆਉਂਦਾ ਹੈ ਤਾਂ ਉਹ ਸਪੈਸ਼ਲਾਈਜੇਸ਼ਨ ਗੇਨ ਕਰੇਗੀ ਤਾਂ ਸਪੈਸ਼ਲਾਈਜੇਸ਼ਨ ਗੇਨ ਹੋਣ ਦੇ ਕਾਰਨ ਕੀ ਆ ਜਿਹੜੀ ਹੈ ਆਪਣੀ ਐਫੀਸ਼ੀਐਂਸੀ ਇੰਕਰੀਜ਼ ਹੋਏਗੀ
प्रोडक्शन इंक्रीज होएगी तो उस तो बाद कहते लेबर के थ्रू डिवीजन ऑफ लेबर के थ्रू न्यू स्कोप आएगा इनोवेशंस आएंगियां वो सोचने के काम में किस तरह बेस्ट कर सकता है किस तरह मेरा जो टाइम है घट तो घट लगे एंड टैक्नीकल इकनॉमिक्स कहते यूज ऑफ ऑटोमैटिक मशीन्स कहते जो टैक्नीकल इंप्रूवमेंट होंगी आ इंडस्ट्रीज ਦੇ ਵਿੱਚ ਨਿਊ ਟੈਕਨੀਕਸ ਲੈ ਕੇ ਆਉਂਦੇ ਜਾਂਦੀਆਂ ਨੇ ਤਦ ਵੀ ਕਹਿੰਦੇ ਜਿਹੜੀ ਆਪਣੀ ਪ੍ਰੋਡਕਸ਼ਨ ਇਨਕਰੀਜ਼ ਹੁੰਦੀ ਆ ਪਹਿਲਾਂ ਲੇਬਰ ਦੇ ਥਰੂ ਸਿਰਫ ਆਪਾਂ 1 ਡੇ ਦੇ ਵਿੱਚ 10 ਗੁੱਡਸ ਪ੍ਰੋਡਿਊਸ ਕਰ ਸਕਦੇ ਸੀ ਹੁਣ ਵਿਦ ਦਾ ਹੈਲਪ ਆਫ ਮਸ਼ੀਨਸ ਆਪਾਂ 1 ਡੇ ਦੇ ਵਿੱਚ 100 ਗੁੱਡਸ ਨੂੰ ਪ੍ਰੋਡਿਊਸ ਕਰ ਸਕਦੇ ਆ ਤਾਂ ਇਟਸ ਮੀਨਸ ਕਹਿੰਦੇ ਜਦੋਂ ਇੰਪਰੂਵ ਹੁੰਦੀਆਂ ਨੇ ਟੈਕਨੀਕਸ ਆਫ ਪ੍ਰੋਡਕਸ਼ਨਸ ਤਦ ਕਹਿੰਦੇ ਆਪਣੀ ਜਿਹੜੀ ਪ੍ਰੋਡਕਸ਼ਨ ਉਹ ਵੀ ਕੀ ਹੋਏਗੀ ਇਨਕਰੀਜ਼ ਹੋਏਗੀ ਇਕਨੋਮਿਕਸ ਆਫ ਇੰਡੀਵਿਜ਼ਿਬਿਲਿਟੀ ਕਹਿੰਦੇ ਫੈਕਟਰ ਆਫ ਪ੍ਰੋਡਕਸ਼ਨ ਦੇ ਵਿੱਚ ਕੀ ਹੁੰਦੀ ਹੈ ਇੰਡੀਵਿਜ਼ਿਬਿਲਿਟੀ ਹੁੰਦੀ ਆ ਕਹਿੰਦੇ ਕਈ ਜਿਹੜੇ ਫੈਕਟਰਸ ਹੁੰਦੇ ਨੇ ਉਹ ਕੀ ਹੁੰਦੇ ਨੇ ਇਰਰਿਸਪੈਕਟਿਵ ਹੁੰਦੇ ਨੇ ਕਈ ਫੈਕਟਰਸ ਕਹਿੰਦੇ ਅੱਛੇ ਹੁੰਦੇ ਨੇ ਜਦੋਂ ਉਹਨਾਂ ਦੀ ਪ੍ਰੋਪਰ ਯੂਟਿਲਾਈਜੇਸ਼ਨ ਹੁੰਦੀ ਹੈ ਪ੍ਰੋਡਕਸ਼ਨ ਵੀ ਉਹਨਾਂ ਦੀ ਕੀ ਹੁੰਦੀ ਆ ਅੱਛੀ ਹੁੰਦੀ ਹੈ ਤਾਂ ਇਹ ਪ੍ਰੋਡਿਊਸਰਸ ਮੈਨੇਜਰ ਤੇ ਡਿਪੈਂਡ ਕਰਦਾ ਹੈ ਕਿ ਉਹ ਡਿਫਰੈਂਟ ਜਿਹੜੇ ਫੈਕਟਰ ਆਫ ਪ੍ਰੋਡਕਸ਼ਨ ਨੇ ਉਹਨਾਂ ਨੂੰ ਕਿਸ ਤਰ੍ਹਾਂ ਯੂਜ਼ ਕਰਨੇ ਹੈ ਐਂਡ LAC ਇੰਕਰੀਜ਼ ਹੋਣ ਦਾ ਕੀ ਰੀਜ਼ਨ ਹੈ ਡਿਸਇਕਨੋਮਿਕਸ ਆਫ ਸਕੇਲ ਕਹਿੰਦੇ ਜਦੋਂ ਕੀ ਹੁੰਦਾ ਹੈ ਆਪਣੇ ਜਿਹੜੀ ਇੰਡਸਟਰੀਜ਼ ਨੇ ਉਹਨਾਂ ਦੇ ਵਿੱਚ ਮੈਨੇਜਰੀਅਲ ਕਨਸੈਂਟਰੇਟਸ ਹੁੰਦੇ ਨੇ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਕੋਆਰਡੀਨੇਸ਼ਨ ਨਹੀਂ ਬਣਦਾ ਸਮੂਥ ਐਂਡ ਐਫੀਸ਼ੀਐਂਟ ਵਰਕ ਨਹੀਂ ਹੁੰਦਾ ਹੈ ਠੀਕ ਹੈ ਪ੍ਰੋਪਰ ਟੌਪ ਮੈਨੇਜਮੈਂਟ ਆ ਜਿਹੜੀ ਉਹ ਸੁਪਰਵਾਈਜ਼ ਨਹੀਂ ਕਰਦੀ ਠੀਕ ਹੈ ਲੋਅਰ ਮੈਨੇਜਮੈਂਟ ਨੂੰ ਠੀਕ ਹੈ ਐਂਡ ਡਿਫਰੈਂਟ ਡਿਪਾਰਟਮੈਂਟਸ ਦੇ ਵਿੱਚ ਕਹਿੰਦੇ ਡਿਸੀਜ਼ਨ ਮੇਕਿੰਗ ਦੇ ਵਿੱਚ ਪ੍ਰੋਬਲਮਸ ਹੁੰਦੀ ਆ ਉਹ ਆਪਣੇ ਆਪਣੇ ਡਿਸੀਜ਼ਨਸ ਆਪਣੇ ਰਿਗਾਰਡਿੰਗ ਲੈਂਦੇ ਨੇ ਇੱਕ ਪ੍ਰੋਪਰ ਆਪਣਾ ਲੀਡਰ ਨਹੀਂ ਹੁੰਦਾ ਸਪਿਰਿਚੁਅਲ ਪਾਵਰ ਨਹੀਂ ਹੁੰਦੀ ਠੀਕ ਹੈ ਐਂਡ ਟਰੈਵਲਿੰਗ ਐਕਸਪੈਂਸਿਸ ਕਹਿੰਦੇ ਕਈ ਵਾਰ ਆਪਣੇ ਵੱਧ ਜਾਂਦੇ ਨੇ ਪੇਪਰ ਵਰਕ ਵੱਧ ਜਾਂਦਾ ਹੈ ਟੈਲੀਫੋਨ ਬਿਲਸ ਜ਼ਿਆਦਾ ਆਉਂਦੇ ਨੇ ਐਕਸਪੈਂਡੀਚਰਸ ਜਿਹਦੇ ਕਰਕੇ ਇਨਕਰੀਜ਼ ਹੁੰਦੇ ਨੇ ਤੇ ਐਕਸਪੈਂਡੀਚਰਸ ਇਨਕਰੀਜ਼ ਹੋਣ ਦੇ ਕਰਕੇ ਜਿਹੜੀ ਆਪਣੀ ਪ੍ਰੋਡਕਸ਼ਨ ਹੈ ਆਊਟਪੁੱਟ ਹੈ ਉਹ ਵੀ ਡਿਕਰੀਜ਼ ਹੋਣਾ ਸਟਾਰਟ ਹੋ ਜਾਂਦੀ ਹੈ ठीक है दैट इज वाई जी अपनी लॉन्ग टर्म की एवरेज कॉस्ट कर्व है वो यू शेप की एंड द नेक्स्ट इज रिलेशनशिप बिटवीन द LAC एंड SAC लॉन्ग रन एवरेज कॉस्ट लॉन्ग रन जी है अपनी शॉर्ट रन एवरेज कॉस्ट की रिलेशनशिप आ कहते ये डायग्राम देख सकते हो OX अक्ष से प्रोडक्ट्स मीनस आउटपुट दिखाई हुई है OY से कॉस्ट दिखाई हुई है लॉन्ग रन की एवरेज कॉस्ट LAC है एंड शॉर्ट रन की एवरेज कॉस्ट SAC है and short run the marginal cost SMC है and long run the marginal cost LMC है कहते इत्थे की है की रिलेशन है इत्थे सब की ने इक्वल ने एक पॉइंट ते कट हो रहे ने जिथे LAC मिनिमम है लॉन्ग रन दी एवरेज कॉस्ट कर्व उत्थे ਜਿਹੜੀ LMC है लॉन्ग रन दी मार्जिनल कॉस्ट कर्व उसਨੂੰ ਕੀ ਕਰੇਗੀ ਨੀਚੇ ਤੋਂ ਕੱਟ ਕਰੇਗੀ ਸੇਮ ਸ਼ਾਰਟ ਰਨ ਦੀ ਤਰ੍ਹਾਂ ਐਵੇਂ ਹੀ ਸ਼ਾਰਟ ਰਨ ਦੀ ਐਵਰੇਜ ਕਾਸਟ ਕਰਵ ਨੂੰ ਜਿਹੜੀ ਸ਼ਾਰਟ ਰਨ ਦੀ ਮਾਰਜਨਲ ਕਾਸਟ ਕਰਵ ਹੈ ਲੋਅਰ ਪੁਆਇੰਟਸ ਤੋਂ ਅਪਰ ਪੁਆਇੰਟ ਤੱਕ ਕੀ ਕਰੇਗੀ ਕੱਟ ਕਰੇਗੀ ਜਿੱਥੇ SAC ਕੀ ਆ minimum है कहते SAC curve represent the average cost with reference to single plant whereas LAC curves represent the average cost with reference to different several plants कहते हुन देखो शॉर्ट रन की जी एवरेज कॉस्ट है सिर्फ सिंगल प्लांट में शो कर रही है लेकिन जी अपनी लॉन्ग रन की एवरेज कॉस्ट कर्व है वो डिफरेंट सैपरल प्लांट्स में शो कर रही है क्योंकि लॉन्ग रन की एवरेज कॉस्ट के अंदर डिफरेंट डिफरेंट जो स्मॉल की ने प्लांट्स ने कहते LAC कर्व लाइक SAC कर्व इज आल्सो यू शेप्ड LAC भी यू शेप्ड होती है एंड SAC भी यू शेप्ड होती है व्हाट इज रिलेटिवली फ्लैटर कहते द यू शेप ऑफ लॉन्ग रन कॉस्ट कर्व इज लेस प्रोफाउंड दैन that of the short run cost curve तो long run the average cost curve है ਜਿਹੜੀ ਉਹ ਕੀ ਆ flatter ਹੁੰਦੀ ਆ the main reason ਕੀ ਹੁੰਦਾ LAC curve represent the minimum average variable cost of different quantities of output ਕਹਿੰਦੇ ਜਦਕਿ SAC aggregates of firm fixed cost and variable cost ਕਿਉਂਕਿ ਉਹਦੇ ਵਿੱਚ ਦੋਨੇ ਤਰ੍ਹਾਂ ਦੀ cost ਆਉਂਦੀ ਹੈ average fixed cost ਤੇ average variable cost ਲੇਕਿਨ LAC ਦੇ ਵਿੱਚ only ਕੀ ਹੁੰਦੀ ਹੈ variable cost ਹੁੰਦੀ ਹੈ कहते at the given point of output जिमें कि Q LAC cannot be more than AC कहते LAC SAC तो more than नहीं हो सकती it is because LAC curve is tangent to the SAC curve LAC curve never cuts SAC curve कहते LAC ਜਿਹੜੀ ਉਹ SAC curve ਨੂੰ नहीं कट करेगी it may however we noted accepting one SAC curve LAC curve is not tangent to all other SAC curve this is the relationship between the LAC and SAC ਇੱਥੇ ਕੀ ਆ ਜਿਹੜੀਆਂ four curves ਨੇ ਇੱਕ ਦੂਸਰੇ ਦੇ ਕੀ ਨੇ equal ਨੇ and the next is long run marginal cost curve ਕਹਿੰਦੇ
Long run marginal cost curve की होती है change in total cost in the long run due to production of one or more or less unit. It can be commodity, it called long run marginal cost. ਕਹਿੰਦੇ long run ਦੇ ਵਿੱਚ ਜਦੋਂ ਆਪਾਂ ਕਿਸੇ ਯੂਨਿਟ ਨੂੰ ਮੋਰ ਪ੍ਰੋਡਿਊਸ ਕਰਦੇ ਹਾਂ ਤਾਂ ਇਹਦੇ ਨਾਲ ਜਿਹੜੀ ਸਾਡੀ ਟੋਟਲ ਕਾਸਟ ਹੈ ਉਹਦੇ ਵਿੱਚ ਜੋ ਚੇਂਜ ਆਉਂਦਾ ਦੈਟ ਇਜ਼ ਕਾਲਡ ਮਾਰਜਨਲ ਕਾਸਟ। ਠੀਕ ਹੈ, ਕਹਿੰਦੇ ਦਾ ਲੌਂਗ ਰਨ ਮਾਰਜਨਲ ਕਾਸਟ ਕਹਿੰਦੇ ਕੀ ਹੁੰਦੀ ਆ LMC is long run marginal cost। ਜਿਵੇਂ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ OX ਅਕਸ਼ ਤੇ ਆਊਟਪੁੱਟ ਦਿਖਾਈ ਹੋਈ ਹੈ, OY ਤੇ ਕਾਸਟ ਦਿਖਾਈ ਹੋਈ ਹੈ। LAC is the long run average cost curve and LMC is the long run marginal cost curve। ਠੀਕ ਹੈ, ਕਹਿੰਦੇ ਇਹ ਕੀ ਹੈ long run marginal cost curve ਵੀ U shape ਦੀ ਹੁੰਦੀ ਆ। ਪਹਿਲਾਂ ਜਿਹੜੀ ਹੈ ਆਪਣੀ ਜਿਹੜੀ ਮਾਰਜਨਲ ਕਾਸਟ ਹੈ ਇਹ ਡਿਕਰੀਜ਼ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਮਿਨੀਮਮ ਤੇ ਉਸ ਤੋਂ ਬਾਅਦ ਇਨਕਰੀਜ਼ ਹੋਣਾ ਸਟਾਰਟ ਹੋ ਜਾਂਦੀ ਹੈ। ਰਿਲੇਸ਼ਨਸ਼ਿਪ ਬਿਟਵੀਨ ਦਾ LMC ਐਂਡ SMC ਕਹਿੰਦੇ ਲੌਂਗ ਰਨ ਦੀ ਮਾਰਜਨਲ ਕਾਸਟ ਤੇ ਸ਼ਾਰਟ ਰਨ ਦੀ ਮਾਰਜਨਲ ਕਾਸਟ ਦੇ ਵਿੱਚ ਕੀ ਰਿਲੇਸ਼ਨਸ਼ਿਪ ਹੈ। A short run marginal cost curve refer to effect on total cost due to production of one or more or less unit of output on the account change in the variables factor। On the other hand ਕਹਿੰਦੇ ਜਿਹੜਾ ਲੌਂਗ ਰਨ ਦੀ ਮਾਰਜਨਲ ਕਾਸਟ ਕਰਵ ਹੈ ਸਾਨੂੰ ਕੀ ਦੱਸਦੀ ਹੈ, ਜਦੋਂ ਆਪਾਂ ਨੇ ਇੱਕ ਯੂਨਿਟ ਨੂੰ ਜ਼ਿਆਦਾ ਪ੍ਰੋਡਿਊਸ ਕਰਨਾ ਓਨਲੀ ਦਾ ਵੇਰੀਏਬਲਸ ਫੈਕਟਰਸ ਦੇ ਵਿੱਚ ਚੇਂਜ ਨੂੰ ਦੱਸਦੀ ਹੈ। ਠੀਕ ਹੈ, ਤਾਂ ਸਾਰੇ ਫੈਕਟਰਸ ਦੇ ਵਿੱਚ ਚੇਂਜ ਨੂੰ ਦੱਸਦੀ ਹੈ। ਕਹਿੰਦੇ ਐਜ਼ ਅ ਰਿਜ਼ਲਟ ਆਫ ਚੇਂਜ ਇਨ ਆਲ ਫੈਕਟਰਸ ਇਨਕਲੂਡਿੰਗ ਦੋਜ਼ ਫੈਕਟਰਸ ਹੂਜ਼ ਆਰ ਫਿਕਸਡ ਇਨ ਦਾ ਸ਼ਾਰਟ ਪੀਰੀਅਡ। ਤੇ ਇਹਦੇ ਵਿੱਚ ਕੀ ਆ ਲੌਂਗ ਰਨ ਦੀ ਮਾਰਜਨਲ ਕਾਸਟ ਤੇ SMC ਜਿਹੜੀ ਹੈ ਆਪਣੀਆਂ ਸੇਮ ਨੇ, OAC ਤੇ ਸ਼ਾਰਟ ਰਨ ਦੀ ਐਵਰੇਜ ਕਾਸਟ ਕਰਵ ਤੇ ਲੌਂਗ ਰਨ ਦੀ ਐਵਰੇਜ ਕਾਸਟ ਕਰਵ ਨੂੰ ਨੀਚੇ ਤੋਂ ਹੀ ਕੀ ਕਰਨਗੀਆਂ, ਕੱਟ ਕਰਨਗੀਆਂ। ਐਂਡ ਉਸ ਤੋਂ ਬਾਅਦ ਆਪਣਾ ਕੀ ਹੈ ਰਿਲੇਸ਼ਨਸ਼ਿਪ ਬਿਟਵੀਨ ਦਾ LMC ਐਂਡ AC ਕੀ ਹੋਏਗਾ, ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ। ਰਿਲੇਸ਼ਨਸ਼ਿਪ ਬਿਟਵੀਨ ਦਾ LMC ਐਂਡ AC ਇਜ਼ ਆਲਸੋ ਐਕਸਪਲੇਨਡ ਵਿਦ ਦਾ diagrams। ਕਹਿੰਦੇ it is clear from the figure ਜਿਵੇਂ ਤੁਸੀਂ ਦੇਖ ਸਕਦੇ ਹੋ in the long run marginal cost and average cost have the same relations as short run marginal cost and average cost। ਕਹਿੰਦੇ long run ਦੀ average cost ਤੇ marginal cost ਵਿੱਚ ਉਸੇ ਤਰ੍ਹਾਂ ਦਾ ਰਿਲੇਸ਼ਨ ਹੋਏਗਾ ਜਿਵੇਂ ਕਿ short run ਦੀ average cost ਤੇ short run ਦੀ marginal cost ਦੇ ਵਿੱਚ ਹੋਏਗਾ। ਜਿਸ ਤਰ੍ਹਾਂ short run ਦੀ average cost curve ਨੂੰ short run ਦੀ marginal cost curve at the minimum point ਤੋਂ ਨੀਚੇ ਤੋਂ ਕੱਟ ਕਰਦੀ ਆ, ਉਵੇਂ ਹੀ long run ਦੀ average cost curve ਨੂੰ long run ਦੀ marginal cost curve ਕੀ ਕਰੇਗੀ, ਨੀਚੇ ਤੋਂ ਉੱਪਰ ਵੱਲ ਨੂੰ ਕੱਟ ਕਰੇਗੀ। ਠੀਕ ਹੈ, ਐਂਡ LAC ਇਜ਼ ਰਾਈਜ਼ਿੰਗ, ਜਦੋਂ LAC ਰਾਈਜ਼ ਹੋਏਗੀ ਤਾਂ MC ਕਰਵ ਕੀ ਆ, ਜਦੋਂ LAC ਤੇ MAC ਦੋਨੇ ਫਾਲ ਕਰਨਗੀਆਂ। ਠੀਕ ਹੈ, ਐਂਡ ਉਸ ਤੋਂ ਬਾਅਦ ਜਦੋਂ LMC ਰਾਈਜ਼ ਹੋਏਗੀ ਤਾਂ LAC ਉੱਥੇ ਮਿਨੀਮਮ ਹੋਏਗੀ। ਠੀਕ ਹੈ, ਐਂਡ ਉਸ ਤੋਂ ਬਾਅਦ LMC ਜ਼ਿਆਦਾ ਰਾਈਜ਼ ਹੋਏਗੀ AC ਦੇ ਨਾਲੋਂ। ਠੀਕ ਹੈ, ਮਾਰਜਨਲ ਕਾਸਟ ਵਿੱਚ ਜ਼ਿਆਦਾ ਚੇਂਜ ਹੋਏਗਾ ਐਵਰੇਜ ਕਾਸਟ ਦੇ ਨਾਲੋਂ। ਤੇ ਜਿੱਥੇ ਕੱਟ ਕਰ ਰਹੇ ਨੇ P ਪੁਆਇੰਟ ਤੇ ਸਾਰੀਆਂ ਕਰਵਸ ਆਪਸ ਦੇ ਵਿੱਚ, ਉੱਥੇ ਕੀ ਆ ਐਟ ਦਾ ਪੁਆਇੰਟ ਆਫ ਆਪਟੀਮਮ ਆਊਟਪੁੱਟ। ਕਹਿੰਦੇ ਉੱਥੇ ਇੱਕ ਫਰਮ ਦੇ ਦੁਆਰਾ ਆਪਟੀਮਮ ਆਊਟਪੁੱਟ ਕੀਤੀ ਜਾਂਦੀ ਹੈ ਜਿੱਥੇ ਆਪਣੀ ਐਵਰੇਜ ਕਾਸਟ ਐਂਡ ਮਾਰਜਨਲ ਕਾਸਟ ਸ਼ਾਰਟ ਰਨ ਤੇ ਲੌਂਗ ਰਨ ਦੀਆਂ ਦੋਨੇ ਕੀ ਹੁੰਦੀਆਂ ਨੇ, ਇਕੁਅਲ ਹੁੰਦੀਆਂ ਨੇ। ਠੀਕ ਹੈ, ਜਿੱਥੇ ਮਿਨੀਮਮ ਹੁੰਦੀਆਂ ਨੇ that is a point of optimum output। ਜਿਵੇਂ ਕਿ P ਪੁਆਇੰਟ ਇਸ ਡਾਇਗਰਾਮ ਦੇ ਵਿੱਚ ਜਿੱਥੇ Q ਕੁਆਂਟੀਟੀ ਉਹ ਪ੍ਰੋਡਿਊਸ ਹੋ ਰਹੀ ਹੈ, ਉਹ ਪੁਆਇੰਟ ਕਿਹੜਾ ਹੈ, ਆਪਣਾ ਆਪਟੀਮਮ ਪੁਆਇੰਟ ਹੈ। ਇਹ ਸੀਗੀ ਆਪਣੀ ਟ੍ਰੈਡੀਸ਼ਨਲ ਥਿਊਰੀ ਆਫ ਕਾਸਟ। ਠੀਕ ਹੈ, ਐਂਡ ਉਸ ਤੋਂ ਬਾਅਦ ਹੈ ਮਾਡਰਨ ਥਿਊਰੀ ਆਫ ਕਾਸਟ। ਕਹਿੰਦੇ ਮਾਡਰਨ ਥਿਊਰੀ ਕੀ ਹੈ, ਮਾਡਰਨ ਥਿਊਰੀ ਆਫ ਕਾਸਟ ਕਰਵਸ ਹੈਜ਼ ਬੀਨ ਪ੍ਰੋਪਾਉਂਡ ਬਾਈ ਇਕਨੋਮਿਸਟ ਲਾਈਕ ਸਟਿੰਗਲਰਸ। ਠੀਕ ਹੈ, ਐਂਡ ਫਰੀਡਮੈਨ ਨੇ ਕਹਿੰਦੇ ਇਹਨਾਂ ਨੇ ਦਿੱਤੀ ਸੀਗੀ, ਜਿਵੇਂ ਕਿ ਟ੍ਰੈਡੀਸ਼ਨਲ ਥਿਊਰੀ ਦੇ ਵਿੱਚ ਬੋਲਿਆ ਗਿਆ ਸੀਗਾ ਕਿ ਕਾਸਟ ਕਰਵਸ ਨੇ ਜਿਹੜੀਆਂ ਉਹ ਯੂ ਸ਼ੇਪ ਦੀ ਹੁੰਦੀਆਂ ਨੇ, ਐਵਰੇਜ ਕਾਸਟ ਤੇ ਮਾਰਜਨਲ ਕਾਸਟ ਕਰਵ। ਲੇਕਿਨ ਜਿਹੜੀ ਆਪਣੀ ਮਾਡਰਨ ਥਿਊਰੀ ਹੈ ਇਨ ਅ ਰੀਅਲ ਲਾਈਫ ਲੌਂਗ ਰਨ ਕਾਸਟ ਕਰਵ ਇਹਨਾਂ ਨੇ ਬੋਲਿਆ ਕਿ ਐਲ ਸ਼ੇਪ ਦੀ ਹੁੰਦੀਆਂ ਨੇ। L shaped cost curve implies that the production cost falls continuously to increase output। ਕਹਿੰਦੇ ਕੀ ਆ, ਜਦ ਆਪਣੀ ਪ੍ਰੋਡਕਸ਼ਨ ਕਾਸਟ ਆਪਣੀ ਫਾਲ ਕਰਦੀ ਆ ਜਦੋਂ ਆਪਾਂ ਆਊਟਪੁੱਟ ਇਨਕਰੀਜ਼ ਕਰਦੇ ਆ, ਤਾਂ ਜਿਹੜੀ ਆਪਣੀ ਐਲ ਸ਼ੇਪ ਦੀਆਂ ਜਿਹੜੀਆਂ ਕਰਵਸ ਨੇ ਉਹ ਸਾਨੂੰ ਇਹ ਦੱਸਦੀਆਂ ਨੇ। ਮਾਡਰਨ ਥਿਊਰੀ ਦੇ ਵਿੱਚ ਕਹਿੰਦੇ ਲੌਂਗ ਰਨ ਕਾਸਟ ਕਰਵਸ ਨੂੰ ਮੇਨਲੀ ਟੂ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ, ਇੱਕ ਤਾਂ ਪ੍ਰੋਡਕਸ਼ਨ ਕਾਸਟ ਐਂਡ ਦੂਸਰੀ ਹੈ ਮੈਨੇਜਰੀਅਲ ਕਾਸਟ। ਠੀਕ ਹੈ, ਪ੍ਰੋਡਕਸ਼ਨ ਕਾਸਟ ਜੋ ਪ੍ਰੋਡਕਸ਼ਨ ਦੇ ਵਿੱਚ ਆਏਗੀ ਐਂਡ ਮੈਨੇਜਰੀਅਲ ਕਾਸਟ ਜੋ ਮੈਨੇਜਮੈਂਟ ਦੇ ਥਰੂ ਆਏਗੀ। ਠੀਕ ਹੈ, ਮੈਨੇਜਰਸ ਤੇ ਆਏਗੀ, ਜੋ ਮੈਨੇਜਮੈਂਟ ਤੇ ਆਏਗੀ। ਕਹਿੰਦੇ ਦੋਨੇ ਕੀ ਹੁੰਦੀਆਂ ਨੇ, ਕਹਿੰਦੇ ਫਾਲ ਹੁੰਦੀਆਂ ਨੇ, ਇਹ ਐਲ ਸ਼ੇਪ ਦੀਆਂ ਹੁੰਦੀਆਂ ਨੇ ਜਿਵੇਂ ਜਿਵੇਂ ਆਪਾਂ ਕੀ ਆ ਪ੍ਰੋਡਕਸ਼ਨ ਆਪਣੀ ਇਨਕਰੀਜ਼ ਕਰਦੇ ਆ। ਠੀਕ ਹੈ, ਤਾਂ ਇਹ ਯੂ ਸ਼ੇਪ ਦੀਆਂ ਨਹੀਂ ਹੁੰਦੀਆਂ। ਇਹ ਹੈ ਆਪਣੀ ਜਿਹੜੀ ਹੈ ਮਾਡਰਨ ਥਿਊਰੀ, ਲੇਕਿਨ ਮਾਡਰਨ ਤੁਹਾਨੂੰ ਨਹੀਂ ਹੈ, ਓਨਲੀ ਤੁਹਾਨੂੰ ਟ੍ਰੈਡੀਸ਼ਨਲ ਥਿਊਰੀ ਆਫ ਕਾਸਟ ਹੈ। ਤਾਂ ਆਪਾਂ ਨੇ ਟ੍ਰੈਡੀਸ਼ਨਲ ਥਿਊਰੀ ਦੇ ਵਿੱਚ ਕੀ ਕੀਤਾ ਹੈ ਤੁਸੀਂ ਦੇਖ ਸਕਦੇ ਹੋ। ਸਭ ਤੋਂ ਪਹਿਲਾਂ
ट्रेडिशनल थ्योरी ਦੇ ਵਿੱਚ ਫਰਸਟਲੀ ਆਪਾਂ ਨੇ 3 ਕਨਸੈਪਟਸ ਦੇਖੇ ਨੇ, ਠੀਕ ਹੈ। ਤੇ 3 ਕਨਸੈਪਟ ਦੇਖੇ ਨੇ। ਫਰਸਟ ਟੋਟਲ ਸ਼ਾਰਟ ਰਨ ਐਂਡ ਲੌਂਗ ਰਨ, 2 ਟਾਈਮ ਪੀਰੀਅਡਸ ਦੇ ਵਿੱਚ। ਸ਼ਾਰਟ ਰਨ ਦੇ ਵਿੱਚ ਟੋਟਲ ਕਾਸਟ, ਐਵਰੇਜ ਕਾਸਟ ਤੇ ਮਾਰਜਨਲ ਕਾਸਟ, ਠੀਕ ਹੈ। 3 ਟੇਬਲਸ ਐਂਡ ਉਸ ਦੀਆਂ ਡਾਇਗਰਾਮਸ ਦੇਖੀਆਂ ਨੇ ਕਿ ਟੋਟਲ ਕਾਸਟ ਕਿਸ ਤਰ੍ਹਾਂ ਹੋਏਗੀ ਐਂਡ ਫਿਕਸਡ ਕਾਸਟ ਐਕਸ ਐਕਸਿਸ ਦੇ ਪੈਰਲਲ ਐਂਡ ਵੇਰੀਏਬਲ ਕਾਸਟ ਕੀ ਹੋਏਗੀ, ਚੇਂਜ ਦਿਖਾਏਗੀ ਸਾਨੂੰ ਕਾਸਟ ਤੇ ਆਊਟਪੁੱਟ ਦੇ ਵਿੱਚ। ਐਂਡ ਉਸ ਤੋਂ ਬਾਅਦ ਆਪਾਂ ਨੇ ਕੀ ਦੇਖਿਆ ਹੈ, ਜਿਹੜਾ ਹੈ AFC ਐਂਡ ABC ਦਾ ਰਿਲੇਸ਼ਨ ਜੋ ਹੈ AC ਦੋਨਾਂ ਦਾ ਸਮ ਅਪ ਹੋਏਗੀ। ਐਂਡ ਉਸ ਤੋਂ ਬਾਅਦ ਯੂ ਸ਼ੇਪ ਦੀਆਂ ਕਿਉਂ ਹੁੰਦੀਆਂ ਨੇ, ਐਵਰੇਜ ਕਾਸਟ ਤੇ ਮਾਰਜਨਲ ਕਾਸਟ ਕਰਵ। ਉਸ ਤੋਂ ਬਾਅਦ ਰਿਲੇਸ਼ਨਸ਼ਿਪ ਕੀ ਹੈ ਬਿਟਵੀਨ ਦਾ ਐਵਰੇਜ ਕਾਸਟ ਤੇ ਮਾਰਜਨਲ ਕਾਸਟ। ਇਹ ਤੁਹਾਨੂੰ ਲੌਂਗ ਕੁਐਸਚਨ ਆ ਸਕਦਾ ਹੈ। ਤਾਂ ਇਸ ਟੇਬਲ ਦੇ ਵਿੱਚ ਸਭ ਕੁਝ ਦਿਖਾਇਆ ਹੋਇਆ ਹੈ ਇਹਨਾਂ ਦਾ ਰਿਲੇਸ਼ਨ ਕਿ ਟੋਟਲ ਕਾਸਟ ਦੇ ਥਰੂ ਆਪਾਂ ਆਪਣੀ ਐਵਰੇਜ ਕਾਸਟ ਨੂੰ ਡਾਇਰੈਕਟ ਵੀ ਕੈਲਕੂਲੇਟ ਕਰ ਸਕਦੇ ਹਾਂ, ਜਿਵੇਂ ਕਿ ਨੰਬਰ ਆਫ ਜਿਹੜੀ ਆਊਟਪੁੱਟ ਹੈ 0 1 2 3 4 5 6 7 8 ਐਂਡ ਟੋਟਲ ਕਾਸਟ 10 20 28 34 38। ਤੁਸੀਂ ਜਦੋਂ ਟੋਟਲ ਕਾਸਟ ਨੂੰ ਡਿਵਾਈਡ ਕਰੋਗੇ ਆਊਟਪੁੱਟ ਦੇ ਨਾਲ 10 ਡਿਵਾਈਡ ਬਾਈ 0 20 ਡਿਵਾਈਡ ਬਾਈ 1 28 ਡਿਵਾਈਡ ਬਾਈ 2 ਤਾਂ ਤੁਹਾਡੀ ਮਾਰਜਨ ਐਵਰੇਜ ਕਾਸਟ ਨਿਕਲ ਆਏਗੀ। ਐਂਡ ਮਾਰਜਨਲ ਕਾਸਟ ਵੀ ਤੁਸੀਂ ਟੋਟਲ ਕਾਸਟ ਦੇ ਦੁਆਰਾ ਕੈਲਕੂਲੇਟ ਕਰ ਸਕਦੇ ਹੋ। ਮਾਰਜਨਲ ਕਾਸਟ ਜਿਵੇਂ ਕਿ 20 ਮਾਈਨਸ 10 and 28 minus 20 33 4 minus 28। ਇਸ ਤਰ੍ਹਾਂ ਤੁਹਾਡੀ ਪਰ ਯੂਨਿਟ ਦੀ ਜਿਹੜੀ ਮਾਰਜਨਲ ਕਾਸਟ ਹੈ ਉਹ ਨਿਕਲ ਆਏਗੀ। ਐਂਡ ਐਵਰੇਜ ਕਾਸਟ ਨੂੰ ਤੁਸੀਂ AFC ਤੇ ABC ਦੁਆਰਾ ਵੀ ਕੈਲਕੂਲੇਟ ਕਰ ਸਕਦੇ ਹੋ। AFC ਨੂੰ ਤੁਸੀਂ ਕੈਲਕੂਲੇਟ ਕਰਨ ਦੇ ਲਈ TFC ਨੂੰ ਆਪਣੀ ਜਿਹੜੀ ਹੈ ਟੋਟਲ ਫਿਕਸ ਕਾਸਟ ਨੂੰ ਕੁਆਂਟੀਟੀ ਦੇ ਨਾਲ ਡਿਵਾਈਡ ਕਰੋਗੇ। ਐਂਡ ਐਵਰੇਜ ਵੇਰੀਏਬਲ ਕਾਸਟ ਕੱਢਣ ਦੇ ਲਈ ਟੋਟਲ ਵੇਰੀਏਬਲ ਕਾਸਟ ਨੂੰ ਜਿਹੜੀ ਹੈ ਤੁਹਾਡੀ ਆਊਟਪੁੱਟ ਨਾਲ ਡਿਵਾਈਡ ਕਰ ਤਾਂ ਦੋਨੋਂ ਦਾ ਸਮ ਅਪ ਕਰਾਂਗੇ, ਐਵਰੇਜ ਕਾਸਟ ਸਾਡੀ ਕੈਲਕੂਲੇਟ ਹੋ ਜਾਏਗੀ। ਰਿਲੇਸ਼ਨ ਕੀ ਆ, AC ਤੇ MC ਪਹਿਲਾਂ ਡਿਕਰੀਜ਼ ਹੁੰਦੇ ਨੇ, ਫਿਰ AC ਤੇ MC ਇਨਕਰੀਜ਼ ਹੁੰਦੇ ਨੇ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ AC ਤੇ MC ਪਹਿਲਾਂ ਡਿਕਰੀਜ਼ ਹੋ ਰਹੇ ਨੇ, ਲੇਕਿਨ MC AC ਤੋਂ ਲੈਸ ਹੈ ਤੇ F ਪੁਆਇੰਟ ਤੇ ਕੁਆਂਟੀਟੀ Q ਪ੍ਰੋਡਿਊਸ ਹੋ ਰਹੀ ਹੈ ਐਂਡ AC ਡਿਕਰੀਜ਼ ਹੋ ਰਿਹਾ ਹੈ, MC ਮਿਨੀਮਮ ਹੈ। E ਪੁਆਇੰਟ ਤੇ MC ਇਨਕਰੀਜ਼ ਹੋ ਰਿਹਾ ਹੈ, AC ਮਿਨੀਮਮ ਹੈ ਤੇ ਕੁਆਂਟੀਟੀ Q 1 ਹੈ। ਐਂਡ ਉਸ ਪੁਆਇੰਟ ਤੋਂ ਬਾਅਦ E ਤੋਂ ਬਾਅਦ ਆਪਣਾ MC ਗ੍ਰੇਟਰ ਦੈਨ AC ਹੈ, ਠੀਕ ਹੈ। ਦੋਨੇ ਇਨਕਰੀਜ਼ ਹੋ ਰਹੇ। ਦਿਸ ਇਜ਼ ਦਾ ਰਿਲੇਸ਼ਨਸ਼ਿਪ ਬਿਟਵੀਨ ਦਾ AC ਐਂਡ MC। ਇੱਥੇ ਲਾਅ ਆਫ ਰਿਟਰਨਸ ਅਪਲਾਈ ਹੁੰਦੇ ਸੀ, ਜਿਵੇਂ ਕਿ ਇਨਕਰੀਜ਼ਿੰਗ ਰਿਟਰਨਸ ਦੇ ਵਿੱਚ AC ਤੇ MC ਕਰਵ ਡਾਊਨਵਰਡ ਹੋਣਗੀਆਂ, ਮੀਨਸ ਕਾਸਟ ਘਟੇਗੀ ਸਾਡੀ। ਐਂਡ ਡਿਮਿਨਿਸ਼ਿੰਗ ਰਿਟਰਨਸ ਦੇ ਵਿੱਚ AC ਤੇ MC ਕਰਵਸ ਅਪਵਰਡ ਹੋਣਗੀਆਂ, ਮੀਨਸ ਆਪਣੇ ਇਨਪੁਟਸ ਦੇ ਨਾਲੋਂ ਆਊਟਪੁੱਟ ਘੱਟ ਹੋਏਗੀ ਤੇ ਕਾਸਟ ਜ਼ਿਆਦਾ ਆਏਗੀ, ਜਿਹਦੇ ਕਰਕੇ ਕਾਸਟ ਕਰਵ ਅਪਵਰਡ ਹੋਣਗੀਆਂ, ਸੋ ਕਾਸਟ ਦੇ ਵਿੱਚ ਸਾਨੂੰ ਇਨਕਰੀਜ਼ ਦਿਖਾਉਂਦੀਆਂ। ਐਂਡ ਕਾਂਸਟੈਂਟ ਰਿਟਰਨਸ ਦੇ ਵਿੱਚ ਕਾਂਸਟੈਂਟ ਇਨਪੁਟ ਐਂਡ ਕਾਂਸਟੈਂਟ ਆਊਟਪੁੱਟ ਹੋਏਗੀ। ਇਹਦੇ ਵਿੱਚ ਕਹਿੰਦੇ ਕਾਸਟ ਵਿੱਚ ਕੋਈ ਵੀ ਚੇਂਜ ਨਹੀਂ ਆਏਗਾ, ਕਾਸਟ ਆਪਣੀ ਸੇਮ ਰਹੇਗੀ, ਐਵਰੇਜ ਤੇ ਮਾਰਜਨਲ ਕਾਸਟ, ਠੀਕ ਹੈ। ਨੰਬਰ ਆਫ ਯੂਨਿਟਸ ਅਸੀਂ ਚਾਹੇ ਜਿੰਨੇ ਮਰਜ਼ੀ ਪ੍ਰੋਡਿਊਸ ਕਰੀਏ। ਉਸ ਤੋਂ ਬਾਅਦ ਇਹ ਰਿਲੇਸ਼ਨਸ਼ਿਪ ਡਿਫਰੈਂਟ ਕਰਵਸ ਵਿੱਚ ਦਿਖਾਇਆ ਹੋਇਆ ਸੀ। ਐਂਡ ਕਾਸਟ ਆਊਟਪੁੱਟ ਇਨ ਦਾ ਰਿਲੇਸ਼ਨਸ਼ਿਪ ਆਫ ਲੌਂਗ ਰਨ ਦੇ ਵਿੱਚ ਕਾਸਟ ਕਰਵ। ਲੌਂਗ ਰਨ ਤੁਹਾਨੂੰ ਪਤਾ ਹੈ ਜਿਹਦੇ ਵਿੱਚ ਸਾਰੇ ਜਿਹੜੇ ਫੈਕਟਰ ਆਫ ਪ੍ਰੋਡਕਸ਼ਨ ਕੀ ਹੁੰਦੇ ਨੇ ਉਹ ਵੇਰੀਏਬਲਸ ਹੁੰਦੇ ਨੇ, ਸਭ ਨੂੰ ਇਨਕਰੀਜ਼ ਕਰਕੇ ਆਪਾਂ ਆਪਣੀ ਜਿਹੜੀ ਆਊਟਪੁੱਟ ਉਹ ਇਨਕਰੀਜ਼ ਕਰ ਸਕਦੇ ਹਾਂ। ਇਹਦੇ ਵਿੱਚ ਵੀ 3 ਕਨਸੈਪਟਸ ਹੁੰਦੇ ਨੇ, ਲੌਂਗ ਰਨ, ਟੋਟਲ ਕਾਸਟ। ਟੋਟਲ ਕਾਸਟ ਜਿਹੜੀਆਂ 3 ਕਰਵਸ ਨੇ, ਫਰਸਟ ਵਾਲੀ LTC1 ਸਾਨੂੰ ਇਨਕਰੀਜ਼ਿੰਗ ਕੀ ਦਿਖਾ ਰਹੀ ਹੈ, ਸਾਨੂੰ ਇਨਕਰੀਜ਼ਿੰਗ ਕਾਸਟ ਡਿਮਿਨਿਸ਼ਿੰਗ ਰਿਟਰਨਸ ਟੂ ਅ ਸਕੇਲ ਦਿਖਾ ਰਹੀ ਹੈ। ਐਂਡ LTC ਸਾਨੂੰ ਕਾਸਟ ਤੇ ਆਊਟਪੁੱਟ ਦੇ ਵਿੱਚ ਇਕੁਅਲ ਚੇਂਜ ਐਂਡ LTC ਸਾਨੂੰ ਆਊਟਪੁੱਟ ਜ਼ਿਆਦਾ ਤੇ ਕਾਸਟ ਘੱਟ ਦਿਖਾ ਰਹੀ ਹੈ, ਮੀਨਸ increasing returns and diminishing cost। ਉਸ ਤੋਂ ਬਾਅਦ long run average cost curve ਜੋ different small ਜਿਹੜੀਆਂ short run ਦੀ average cost curves ਨੇ ਉਹਨਾਂ ਨੂੰ ਮਿਲ ਕੇ ਬਣਦੀ ਹੈ, ਇਹਨੂੰ ਇਨਵੈਲਪ ਕਰਵ ਵੀ ਕਿਹਾ ਜਾਂਦਾ ਹੈ। ਤੇ L ਜਿਹੜੀ ਹੈ long run ਦੀ average cost curve ਇਹ ਵੀ U shape ਦੀ ਹੁੰਦੀ ਹੈ, ਠੀਕ ਹੈ, ਕਿਉਂਕਿ ਇਹਦੇ ਵਿੱਚ ਵੀ ਰਿਟਰਨ ਟੂ ਸਕੇਲ ਹੈ ਜਿਹੜਾ ਅਪਲਾਈ ਹੁੰਦਾ ਹੈ। ਐਂਡ ਰਿਲੇਸ਼ਨਸ਼ਿਪ ਬਿਟਵੀਨ ਦਾ LAC ਐਂਡ SAC ਕੀ ਹੈ, ਸੇਮ ਹੈ, ਲੇਕਿਨ ਜਿਹੜੀ LAC ਉਹ ਫਲੈਟਰ ਹੈ SAC ਦੇ ਨਾਲੋਂ। ਤੇ ਮਾਰਜਨਲ ਕਾਸਟ ਵੀ ਆਪਣੀ ਯੂ ਸ਼ੇਪ ਦੀ ਹੋਏਗੀ, ਉਸੇ ਤਰ੍ਹਾਂ ਸੇਮ ਸ਼ਾਰਟ ਰਨ ਦੀ ਤਰ੍ਹਾਂ ਹੀ ਜਿਹੜੀ ਆਪਣੀ ਮਾਰਜਨਲ ਕਾਸਟ ਹੈ ਉਹ ਐਵਰੇਜ ਕਾਸਟ ਕਰਵ ਨੂੰ ਮਿਡ ਪੁਆਇੰਟ ਤੋਂ ਕੱਟ ਕਰੇਗੀ। ਤੇ ਜਿੱਥੇ ਇਹ ਇਕੁਅਲ ਹੋਣਗੇ ਉੱਥੇ ਕੀ ਹੋਗੀ, ਆਪਟੀਮਮ ਯੂਟਿਲਾਈਜੇਸ਼ਨ ਆਫ ਰਿਸੋਰਸਿਸ ਹੋਏਗੀ ਤੇ ਉੱਥੇ ਕੀ ਆਪਟੀਮਮ ਪ੍ਰੋਡਕਸ਼ਨ ਹੋਏਗੀ। ਦੈਟ ਇਜ਼ ਵਾਈ ਪੀ ਪੁਆਇੰਟ ਤੇ ਤੁਸੀਂ ਦੇਖ ਸਕਦੇ ਹੋ ਜਿੱਥੇ ਚਾਰੇ ਕਰਵਸ ਇੱਕ ਦੂਸਰੇ ਦੇ ਇਕੁਅਲ ਨੇ ਤੇ ਇੱਥੇ ਕਿਊ ਕੀ ਆਪਣੀ ਹੈ ਆਊਟਪੁੱਟ ਉਹ ਕਿਊ, ਤਾਂ ਦਿਸ ਇਜ਼ ਅ ਆਪਟੀਮਮ ਆਊਟਪੁੱਟ ਜੋ ਇੱਕ ਫਰਮ ਦੇ ਪ੍ਰੋਡਿਊਸਰ ਐਕਟ ਕਰ ਸਕਦਾ ਲੈਸ ਕਾਸਟ ਤੇ। ਤੇ ਅੱਜ ਦਾ ਆਪਣਾ ਟੌਪਿਕ ਇੱਥੇ ਹੀ ਖਤਮ ਹੁੰਦਾ ਹੈ। ਧੰਨਵਾਦ।